धुंध जग चानन होआ। ज्यों कर सूरज निकलिया तारे छपे अंधेर। श्री नानक पग पग सिमरो अंगद दुख अमरदास गुर जी हृदय। श्री गुरु रामदास गुरु अर्जन विघ्नन श्री हर गोबिंद श्री हर राय नमो नमो कर श्री हर कृष्ण श्री गुरु गोबिंद सिंह तरो तरा धर पुन 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 बंदा अमृत ज्ञान श्री गुरु ग्रंथ साहिब उदद एक ओंकार सतगुरु वाहिगुरु जी। तलवंडी महराए बुलारो सोदर सम कालो संग प्यारो। जिते ग्राम को सो अधिकाई सबकी दई कर पटवारी। तलवंडी में गुरु प्यारी गुरु सवारी हुई साध संगत जीओ। आप गुरु संगतां ने महाराज जी की पावन पवित्र गोदी विच पहुँचना कीता है। अज का जो खास दीवान है और एक खास ही बख्शिश है, क्योंकि आपां किसी नूं भी दस्सिया नहीं, क्योंकि जिन्हां दे भाग जागे वो संगतां अज पहुँचियां ने। आखो सतनाम। और ये अकाल पुरख की नदरे रहमत है। एक कारण तां कीता गया क्योंकि जद गुरु नानक साहब जी का प्रकाश होया सी ना, उदों किसी नूं नहीं सी पता कि बेटा होना कि बेटी होनी। वो प्रसंग अज चलना है ते महाराज सच्चे पातशाह ने आना सी। सारियां दे धड़कना तेज सन। हर कोई अरदास कर रहा सी, जिहदे विच दादी दादा जी, महिता कल्याण चंद जी, माता त्रिवता जी ते माता दौलतां दाई वर्गे गरीब। जिस तरह तुसीं सारे बैठे अपने वर्गे पता नहीं किन्ने कासां लाई बैठे सी मंगते कि जे इन्हां दे घर पटवारी दे अजकी पुत्र होया तो आपां नूं भी कुछ मिलूगा।
ਤੇ ਜੇ ਫੇਰ ਬੇਟੀ ਹੋਈ ਸ਼ਾਇਦ ਕੁਛ ਨਾ ਦੇਣ। ਇਹ ਗੱਲ ਗੋਲ ਜੀ ਸੀ, ਤਾਂ ਕਰਕੇ ਆਪਾਂ ਵੀ ਇਸ ਚੀਜ਼ ਨੂੰ ਗੁਪਤ ਰੱਖਿਆ, ਕਿਉਂਕਿ ਦੱਸ ਵੀ ਸਕਦੇ ਸਾਂ ਵੀ ਸੰਗਤਾਂ ਕੋਈ ਤਿਆਰੀ ਕਰਦੀਆਂ, ਪਰ ਨਹੀਂ, ਇਹ ਮਹਾਰਾਜ ਜੀ ਦੇ ਉਹਨਾਂ ਰੂਹਾਂ ਦੇ ਉੱਤੇ ਹੀ ਤਰੁੱਠੇ ਹੈ ਜਿਹੜੇ ਆਪਣੇ ਆਪ ਹੀ ਪਹੁੰਚ ਗਏ। ਆਖੋ ਸਤਿਨਾਮ। ਤੇ ਮਹਾਰਾਜ ਸਾਹਿਬ ਜੀ ਨੇ ਸਭ ਕੁਝ ਕਿਰਪਾ ਅਨੁਸਾਰ ਕੀਤਾ ਹੈ। ਜਿੰਨੀਆਂ ਵੀ ਰੂਹਾਂ ਬੈਠੀਆਂ ਆਪ ਸੰਗਤਾਂ, ਅੱਜ ਮੇਰੇ ਸਤਿਗੁਰੂ ਦਾ ਪ੍ਰਕਾਸ਼ ਹੋਣਾ ਹੈ ਤੇ ਆਪ ਸੰਗਤਾਂ ਨੇ ਇਹ ਜੋ ਫੁੱਲ ਹਨ ਇਹ ਵਰਤਾ ਦੇਣੇ ਹੈ। ਜਿੱਥੇ ਇੱਕ ਪ੍ਰਸੰਗ ਆ ਗਿਆ ਨਾ, ਇਹ ਜ਼ਰੂਰੀ ਨਹੀਂ ਵੀ ਸਮਾਪਤੀ 'ਤੇ ਆਉਣਾ। ਮੇਰੇ ਖਿਆਲ ਦੇ ਵਿੱਚ ਵੀ ਅੱਧੇ ਸਮੇਂ ਦੇ ਵਿੱਚ ਪ੍ਰਸੰਗ ਆ ਜਾਣਾ ਹੈ। ਜਦੋਂ ਵੀ ਸਤਿਗੁਰੂ ਮਹਾਰਾਜ ਜੀ ਦਾ ਪ੍ਰਸੰਗ ਆਇਆ, ਉਦੋਂ ਸ਼ਬਦ ਪੜ੍ਹਿਆ ਜਾਵੇਗਾ, ਕੱਲ ਤਾਰਨ ਗੁਰੂ ਨਾਨਕ ਆਇਆ। ਉਦੋਂ ਫਿਰ ਤੁਸੀਂ ਸਾਰੀਆਂ ਸੰਗਤਾਂ ਨੇ ਪ੍ਰੇਮ ਦੇ ਨਾਲ, ਧੱਕਾ ਨਹੀਂ, ਰੌਲਾ ਨਹੀਂ, ਮੁੱਖ ਦੇ ਵਿੱਚ ਗੁਰੂ ਨਾਨਕ ਨੂੰ ਲੈ ਕੇ 2-2 4-4 ਕਰਕੇ ਸਾਹਮਣੇ ਆ ਕੇ ਮਹਾਰਾਜ ਨੂੰ ਪਿਆਰ ਦੀ ਭੇਟਾ ਦੇ ਕੇ ਆਪਣੀ ਜਗ੍ਹਾ 'ਤੇ ਫੇਰ ਬੈਠ ਜਾਣਾ, ਕਿਉਂਕਿ ਆਪਾਂ ਸਮਾਂ ਖੁੱਲ੍ਹਾ ਹੈ। ਕਾਹਲੀ ਨਹੀਂ। ਗੁਰੂ ਨਾਨਕ ਸਾਹਿਬ ਨੇ ਝੋਲੀਆਂ ਭਰਨੀਆਂ, ਇਹ ਵੀ ਇੱਕ ਪਿਆਰ ਸੀ, ਫੁਰਨਾ ਬਣਿਆ ਸੀ ਅੰਦਰ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਵੀ ਮੰਗਤੇ, ਅਸੀਂ ਕੀ ਤੈਨੂੰ ਸੁੱਟ ਸਕਦੇ, ਜਦੋਂ ਤੂੰ ਪ੍ਰਕਾਸ਼ ਲਿਆ ਸੀ ਉੱਥੇ 33 ਕਰੋੜ ਦੇਵੀ ਦੇਵਤਾ, ਅਪਸ਼ਰਾਂ, ਰਾਗ ਰਾਗਣੀਆਂ, ਕਵੀ ਜੀ ਕਹਿੰਦੇ ਪਹਿਲਾਂ ਹੀ ਪਹੁੰਚ ਗਏ ਵਿਹੜੇ 'ਚ। ਅਤੇ ਉਹਨਾਂ ਨੇ ਇੰਨੀ ਕੁ ਦੀਪਮਾਲਾ, ਇੰਨੀ ਕੁ ਜਾਹੋ ਜਲਾਲ ਦੇ ਵਿੱਚ ਬਾਬੇ ਦੀ ਜੀ ਆਇਆਂ ਆਖਿਆ, ਪਰ ਉਹ ਰੂਹਾਂ ਕਿਸੇ ਨੂੰ ਦੀਦੀਆਂ ਨਹੀਂ ਸਨ। ਅਤੇ ਅੱਜ ਵੀ ਪਤਾ ਨਹੀਂ ਕਿੰਨੇ ਕੁ ਗੁਪਤ ਬੈਠੇ ਜਿਹੜੇ ਦੀਦੇ ਹੀ ਨਹੀਂ ਆਪਾਂ ਨੂੰ, ਕਿਉਂਕਿ ਮਸਕੀਨ ਸਾਹਿਬ ਦੇ ਬਚਨ ਹੈ, ਉਹ ਬੰਦਗੀ ਵਾਲੀਆਂ ਰੂਹਾਂ, ਕਮਾਈ ਵਾਲੀਆਂ ਰੂਹਾਂ। ਉਹਨਾਂ ਨੇ ਖੁਦ ਕਿਹਾ ਸੀ ਕਿ ਸਤਿਗੁਰੂ ਮਹਾਰਾਜ ਕਹਿੰਦੇ ਸੀ ਕਥਾ ਹੋਇਆ ਕਰੇਗੀ ਇਤਿਹਾਸ ਦੀ, ਅਤੇ ਸੰਗਤ ਜੀ ਕਹਿੰਦੇ ਜੀ ਫਿਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨਾ, ਸ਼ਹੀਦ ਸਿੰਘ ਸਿੰਘਣੀਆਂ ਨੇ, ਜਦੋਂ ਉਹਨਾਂ ਦੀ ਕਥਾ ਚੱਲ ਰਹੀ ਹੁੰਦੀ ਹੈ ਅਤੇ ਉਹ ਆ ਕੇ ਉਹਦੇ ਵਿੱਚ ਹਾਜ਼ਰ ਹੁੰਦੇ ਜੇ। ਆਖੋ ਸਤਿਨਾਮ। ਤਾਂ ਕਰਕੇ ਸ਼ਬਦ ਮਿਲਿਆ, ਮੇਰੇ ਮਾਧੋ ਜੀ ਸਤ ਸੰਗਤ। ਹੁਣ ਆਪਣਾ ਘਰ ਦਾ ਪ੍ਰੋਗਰਾਮ ਹੋਵੇ ਅਤੇ ਆਪਾਂ ਸਾਰੇ ਜਾਂਦੇ ਹਾਂ, ਜਿਨ੍ਹਾਂ ਦੀ ਚੱਲ ਰਹੀ ਕਥਾ ਹੋਵੇ ਉਹ ਜ਼ਰੂਰ ਆਉਂਦੇ ਨੇ, ਉਹਨਾਂ ਦਾ ਕਰਕੇ ਆਪਣਾ ਵੀ ਭਲਾ ਹੋ ਜਾਂਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਦੇ ਪ੍ਰਵਾਹ ਚੱਲੇ ਹੈ। ਤੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿੱਠੀ ਬਾਣੀ ਨੂੰ ਸਿੰਘ ਸਾਹਿਬ ਜੀ ਨੇ ਆਪ ਸੰਗਤਾਂ ਦੇ ਕੰਨਾਂ ਤੱਕ ਪਹੁੰਚਾਇਆ ਹੈ। ਸੋ ਦਾਸ ਨੇ ਵੀ ਆ ਕਰਕੇ 2-4 ਮਿੰਟ ਕਿਸਮਤ ਵਿੱਚ ਹੀ, ਕਿਉਂਕਿ ਭਾਈ ਸਾਹਿਬ ਦੀ ਵੱਡੀ ਸੇਵਾ ਹੈ, ਅਤੇ ਅੱਜ ਆਪਾਂ ਇੱਥੇ ਸਮਾਪਤੀ ਕੀਤੀ ਸੱਤੇ ਬਲਵੰਡੇ ਦੀ ਵਾਰ। ਇਹ ਉਹ ਵਾਰ ਹੈ ਸਾਧ ਸੰਗਤ ਜੀ ਜਿਹਨੂੰ ਬਾਬਾ ਸੱਤਾ ਜੀ ਅਤੇ ਬਾਬਾ ਬਲਵੰਡਾ ਜੀ ਨੇ ਜਦੋਂ ਗਾਇਆ ਸੀ ਨਾ, ਉਹਨਾਂ ਦਾ ਕੋੜ ਰਾਜੀ ਹੋ ਗਿਆ ਸੀ। ਆਖੋ ਸਤਿਨਾਮ। ਕਿਉਂਕਿ ਗਲਤੀ ਕਰ ਬੈਠੇ ਸੀ ਅਤੇ ਕੋੜ ਹੋ ਗਿਆ ਸੀ, ਅਤੇ ਉਸ ਗਲਤੀ ਦੇ ਕਾਰਨ ਉਹਨਾਂ ਨੇ ਬਚਨ ਕਹਿ ਦਿੱਤਾ ਸੀ ਨਾ, ਕਿਉਂਕਿ ਗਲਤੀ ਜਿੱਦਾਂ ਹੁਣ ਸਾਡੇ ਤੋਂ ਵੀ ਅੱਜ ਹੋਈ ਹੈ, ਕਿਉਂਕਿ ਭਾਈ ਸਾਹਿਬ ਨਿਸ਼ਕਾਮ ਪਾਠ ਕਰਦੇ ਨੇ ਅਤੇ ਸਪੀਕਰ ਦੀ ਆਵਾਜ਼ ਕੋਈ ਭੋਰਾ ਵੀ ਨਹੀਂ ਹੈ, ਅਤੇ ਜਿਸ ਬੰਦੇ ਨੇ ਗੁਰਬਾਣੀ ਪੜ੍ਹਨੀ ਹੈ ਉਹਨਾਂ 'ਚ ਆਨੰਦ ਨਹੀਂ ਆਉਂਦਾ। ਇਸ ਕਰਕੇ ਅਸੀਂ ਮਾਫੀ ਮੰਗਦੇ ਹਾਂ ਆਪ ਸੰਗਤਾਂ ਤੋਂ। ਗੁਰਬਾਣੀ ਵੱਡੀ ਸਾਡੀ ਡਿਊਟੀ, ਅਸੀਂ ਕਤਾਈ ਕਰ ਬੈਠੇ ਹਾਂ ਗਲਤਾਂ। ਉਸ ਕਰਕੇ ਉਹਨਾਂ ਵੀ ਕਤਾਈ ਕੀਤੀ ਸੀ। ਕਹਿੰਦੇ ਬਾਬਾ ਜੀ ਜਿਹੜਾ ਕੱਲ੍ਹ ਦਾ ਦੀਵਾਨ ਹੋਊਗਾ ਉਹ ਜਿੰਨੀ ਵੀ ਮਾਇਆ ਹੋਵੇ ਅਤੇ ਸਾਨੂੰ ਦੇ ਦਿਓ। ਅਤੇ ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਪੁੱਤ ਅੱਗੇ ਵੀ ਤੁਹਾਡੀ ਹੈ, ਦੱਸੋ ਤੁਹਾਨੂੰ, ਜਾਂ ਤਾਂ ਕਿਤੇ ਕਰਮਾਂ ਵਾਲੇ ਇੱਦਾਂ ਕਹਿੰਦੇ ਕਿ ਮਹਾਰਾਜ ਇੱਦਾਂ ਘਰ 'ਚ ਲੋੜ ਹੈ ਅਤੇ ਸਾਨੂੰ ਦੇ ਦਿਓ। ਤਾਂ ਗੁਰੂ ਅਰਜਨ ਸਾਹਿਬ ਨੇ ਕਿਹੜਾ ਲੁਕਾਉਣਾ ਸੀ, ਉਹਨਾਂ ਨੇ ਹਉਮੈ ਜਤਾਈ ਵੀ ਸਾਡੇ ਕੋਲ ਗੁਣ ਆ, ਵੀ ਸਾਡੇ ਕੋਲ ਤਾਂ ਇੰਨੀ ਵੱਡੀ ਗੁਣ ਹੈ, ਜਿੱਦਾਂ ਮੈਂ ਕਹਿਦਾ ਵੀ ਮੈਂ ਕਿਉਂ ਮੰਗਾ, ਮੈਂ ਤਾਂ ਕਥਾ ਕਰੂੰਗਾ। ਉਹ ਕਹਿੰਦੇ ਅਸੀਂ ਕਿਉਂ ਮੰਗੀਏ, ਅਸੀਂ ਤਾਂ ਗੁਣ ਸਿੱਖਿਆ, ਵਾਜੇ ਸਿੱਖੇ ਹੈ। ਇਹ ਸਾਰੀ ਸਾਖੀ ਆਪ ਨੂੰ ਯਾਦ, ਮੈਂ ਸਿਰਫ ਫੋਕਸ ਕਹਿ ਕੇ ਆਰੰਭ ਕਰਨ ਲੱਗਾ ਏ। ਤੁਸੀਂ ਸਾਰੇ ਗੁਰਬਾਣੀ ਦਾ ਸਹਿਜ ਪਾਠ ਸੁਣਿਆ ਅਤੇ ਬੜੀ ਕਿਰਪਾ ਮਹਾਰਾਜ ਦੀ ਵਰਤਾਈ। ਅਤੇ ਉਹਨਾਂ ਨੇ ਕਹਿਤਾ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕੱਲ੍ਹ ਨੂੰ ਜਿੰਨੇ ਵੀ ਭੇਟਾ ਚੜੂਗੀ ਅਤੇ ਸਾਨੂੰ ਦੇ ਦਿਓ। ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਠੀਕ ਆ, ਰੱਖ ਲਿਓ ਤੁਸੀਂ ਸਾਰੀ ਹੋਈ। ਤਾਂ ਉਸ ਵੇਲੇ ਕੀ ਹੋਇਆ ਜੀ,
ਨੀਤਾਂ ਮਾੜੀਆਂ ਮੇਰੇ ਵਰਗੇ ਦੀਆਂ ਤਾਂ ਫਲ ਵੀ ਉਹੋ ਹੀ ਮਿਲਣਾ। ਤੋ ਕਹਿੰਦੇ ਨੀਤ ਮਾੜੀ ਲੈ ਕੇ ਬੈਠੇ ਤੇ ਸੰਗਤ ਹੀ ਨਹੀਂ ਆਈ। ਆਖੋ ਸਤਨਾਮ। ਮੈਂ ਫੁਰਨਾ ਬਣਾ ਰਿਹਾ ਸੀ, ਮੈਂ ਕਿਹਾ ਅੱਜ ਮਹਾਰਾਜ ਦਾ ਪ੍ਰਕਾਸ਼ ਹੋਣਾ ਗੁਰੂ ਨਾਨਕ ਸਾਹਿਬ ਦਾ, ਪਤਾ ਨਹੀਂ ਫੁੱਲ ਵੀ ਲਿਆਂਦੇ ਹੋਣੇ ਕਿਸੇ ਕਿ ਨਹੀਂ, ਕਿਉਂਕਿ ਦੱਸਿਆ ਨਹੀਂ ਨਾ ਕਿਸੇ ਨੂੰ। ਤੇ ਮਹਾਰਾਜ ਸਾਹਿਬ ਨੇ ਉਹ ਵੀ ਕਿਰਪਾ ਕਰ ਦਿੱਤੀ, ਸੰਗਤ ਦੀ ਵੀ ਕਿਰਪਾ ਹੋ ਗਈ ਹੈ। ਜਿਨ੍ਹਾਂ ਦੇ ਕਰਮਾਂ 'ਚ ਸੇਵਾ ਲਿਖੀ ਹੋਊ ਇੱਕ ਬੁੱਕ ਦੀ। ਤੋ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਜੀ, ਆਪਾਂ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਖੁਸ਼ ਕਰਨ ਲਈ ਕਿੰਨੀ ਮਿਹਨਤ ਕਰਦੇ। ਸਬਜ਼ੀਆਂ 5-6 ਬਣਾਈ ਦੀਆਂ, ਫਿਰ ਲੂਣ ਵੇਖੀਦਾ, ਫਿਰ ਡਰ ਹੁੰਦਾ ਵੀ ਕਿਤੇ ਕਹਿ ਨਾ ਦੇਣ ਸਹੀ ਨਹੀਂ ਬਣੀ। ਤੇ ਇਹਨਾਂ ਲੋਕਾਂ ਬਦਲੇ ਬੰਦਾ ਕਿੰਨਾ ਭੱਜ ਨੱਸ ਕਰਦਾ, ਫਿਰ ਅੰਤ ਨੂੰ ਕਹਿ ਜਾਂਦੇ ਆ ਨਹੀਂ ਉਹਨਾਂ ਦੇ ਬਹੁਤ ਵਧੀਆ ਸੀ, ਆਹ ਚੀਜ਼ ਵਧੀਆ ਨਹੀਂ। ਇੰਨੀ ਗੱਲ ਕਹਿ ਕੇ ਦਿਲ ਟੁੱਟਦਾ ਹੈ। ਪਰ ਮੈਂ ਕਹਿੰਦਾ ਗੁਰੂ ਨਾਨਕ ਸਾਹਿਬ ਕਹਿੰਦੇ ਕਿਤੇ ਪਿਆਰ ਕਰ। ਜਿਹੜਾ ਗੁਰੂ ਨਾਨਕ ਦੇ ਘਰ ਨੂੰ ਉਦਮ ਕਰਦਾ ਹੈ ਨਾ, ਉਦਮ ਮਤ ਪ੍ਰਭ ਅੰਤਰਜਾਮੀ ਜਿਉਂ ਤੇ ਇਹਨਾਂ ਨੇ ਬਚਨ ਕਹਿ ਦਿੱਤਾ ਜਦੋਂ ਪੈਸਾ ਕੋਈ ਨਾ ਹੋਇਆ। ਹੁਣ ਇਹ ਵੀ ਗੱਲ ਨਾਲ ਹੈ ਵੀ ਮੇਰੇ ਅੱਗੇ ਢੇਰੀ ਲੱਗੀ ਹੋਵੇ ਤੇ ਗੱਲ ਆਪਣੇ ਆਪ ਹੀ ਆਈ ਜਾਂਦੀ ਹੈ। ਜਦੋਂ ਸੰਗਤ ਨਾ ਹੋਵੇ, ਕੋਈ ਪਿਆਰ ਨਾ ਦੇਵੇ, ਤੇ ਬੰਦਾ ਜਿੱਥੇ 1 ਘੰਟਾ ਬੋਲਣਾ 20 ਮਿੰਟ ਲਾ ਕੇ ਕਹਿੰਦਾ ਜੀ ਚੰਗਾ ਇੰਨੀ ਕੁ ਸੇਵਾ ਪ੍ਰਵਾਨ ਕਰਿਓ, ਹੋ ਜਾਂਦਾ ਹੈ ਜੀ। ਇਹਦਾ ਅਸਰ ਪੈਂਦਾ, ਸੰਗਤ ਦਾ ਵੀ ਪੈਂਦਾ, ਮਾਇਆ ਦਾ ਵੀ ਪੈਂਦਾ। ਜਿੱਥੇ ਵੱਡਾ ਪਰਿਵਾਰ ਹੋਵੇ, ਪਤਾ ਸਾਰੇ ਬੈਠੇ ਹੈ, ਉੱਥੇ ਗੱਲਾਂ ਆਪੇ ਉਤਰ ਆ ਰਹੀਆਂ ਹੈ। ਜਿੱਥੇ ਕੋਈ ਗਰੀਬ ਹੋਵੇ ਉੱਥੇ ਉਹ ਕਹਿੰਦਾ ਜੀ ਹੋਰ ਲਾ ਦਿਓ, ਨਹੀਂ ਵਾਹਿਗੁਰੂ ਮੈਂ ਤਾਂ ਅੱਗੇ ਜਾਣਾ। ਆਖੋ ਸਤਨਾਮ। ਅੱਗੇ ਤੇ ਫਿਰ ਉੱਥੇ ਜਾਣਾ। ਵੇਖੋ ਬੰਦਾ ਚੱਲਿਆ ਤੋ ਕਈ ਵਾਰ ਗੁਰੂ ਸਾਹਿਬ ਦੇ ਕੋਲ ਮੈਂ ਸੱਚ ਬੋਲਦਾ ਹਾਂ, ਗੁਰੂ ਸਾਹਿਬ ਤਾਂ ਜਾਣਦੇ ਹੀ ਸਾਡੇ ਬਾਰੇ। ਤੋ ਗੁਰੂ ਸਾਹਿਬ ਕਿਰਪਾ ਕੀਤੀ, ਜਦੋਂ ਕੋਈ ਮਾਇਆ ਨਾ ਹੋਈ, ਕੋਈ ਆਇਆ ਨਾ, ਤੇ ਗਲਤੀ ਬੜੀ ਵੱਡੀ ਕਰਤੀ। ਕਹਿੰਦੇ ਮਹਾਰਾਜ ਨੇ ਸੰਗਤਾਂ ਸਿਖਾਤੀਆਂ। ਸੰਗਤਾਂ ਨੂੰ ਕਹਿਦਾ ਵੀ ਅੱਜ ਆਇਓ ਨਾ ਤੇ ਨਾ ਪੈਸਾ ਹੀ ਕੋਈ ਦਿਓ। ਤੇ ਤੇਰਾ ਮਹਾਰਾਜ ਸੱਚੇ ਪਾਤਸ਼ਾਹ ਦਰਬਾਰ ਸਾਡੇ ਕਰਕੇ ਭਰਦਾ ਰੋਜ਼। ਆਖੋ ਵਾਹਿਗੁਰੂ। ਬਸ ਇਹ ਚੀਜ਼ ਨੇ ਮਾਰਨਾ। ਕਹਿੰਦੇ ਅਸੀਂ ਬਹਿੰਦੇ ਹਾਂ, ਕਥਾ ਕਰਦੇ ਹਾਂ, ਕੀਰਤਨ ਕਰਦੇ, ਅਤੇ ਸੰਗਤ ਆ ਕੇ ਸੁਣਦੀ ਅਤੇ ਪੈਸੇ ਪੈਂਦੇ ਹੈ। ਮਹਾਰਾਜ ਤੁਸੀਂ ਸਾਡੇ ਨਾਲ ਮਾੜਾ ਕੀਤਾ ਜੇ, ਹੁਣ ਅਸੀਂ ਬਹਿਣਾ ਹੀ ਨਹੀਂ ਅਤੇ ਨਾ ਕਿਸੇ ਆਉਣਾ ਹੀ ਹੈ। ਇਤਿਹਾਸ ਹੈ ਗੁਰ ਮਹਾਰਾਜ ਸੱਚੇ ਪਾਤਸ਼ਾਹ ਅਗਲੇ ਦਿਨ ਸ਼ਾਮਾਂ ਪਈਆਂ, ਟਾਈਮ ਹੋ ਗਿਆ ਅਤੇ ਸੁਖਦੇਵ ਸਿੰਘ ਹੋਣੀ ਆਏ ਨਹੀਂ, ਅਤੇ ਸੰਗਤਾਂ ਆ ਗਈਆਂ ਟਾਈਮ ਦੇ ਨਾਲ। ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਏ ਨਹੀਂ ਆਏ ਗਾਉਣ ਵਾਲੇ। ਅਤੇ ਮਹਾਰਾਜ ਕਹਿੰਦੇ ਕੋਈ ਨਹੀਂ, ਭਲਾ ਹੋਵੇ ਭਲਾ ਹੋਵੇ। ਮਹਾਰਾਜ ਹੁਣ ਕੀ ਕਰੀਏ? ਮਹਾਰਾਜ ਕਹਿੰਦੇ ਜਿਹੜੀ ਸੰਗਤ ਬੈਠੀ ਆ ਨਾ, ਇਸ ਸੰਗਤ ਨੂੰ ਕਹੋ ਅੱਜ ਤੁਸੀਂ ਕਰਨਾ ਸਭ ਕੁਝ। ਅਤੇ ਆਪਾਂ ਕਿੰਨੇ ਕਰਮਾਂ ਵਾਲੇ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜਦੋਂ ਉੱਥੇ ਇਹ ਸ਼ਬਦ ਵਰਤੇ ਅਤੇ ਡੱਲੇ ਨਗਰ ਦੇ 4-5 ਸਿੰਘ ਉਸ ਸੰਗਤ ਵਿੱਚ ਸ਼ਾਮਲ ਸੀ। ਉਗਰੂ, ਨੰਦੂ, ਸੂਦਨਾ, 3 ਤਾਂ ਇਹ ਹੈ, 2 ਦਾ ਮੈਨੂੰ ਨਾਮ ਵਿਸਰਿਆ। ਇਹ 5 ਸਿੰਘਾਂ ਦਾ ਜ਼ਿਕਰ ਕੀਤਾ ਆਪਣੇ ਇਤਿਹਾਸ ਦੀ ਕਾਪੀ ਦੇ ਵਿੱਚ ਵੀ, ਇਹਦੇ ਵਿੱਚ ਵੀ ਕੀਤਾ ਹੋਇਆ ਹੈ। ਤੋ ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੋਈ। ਡੱਲੇ ਨਗਰ ਦੇ ਉਹ ਸਿੰਘ ਉਹ ਵੀ ਵਿੱਚ ਸ਼ਾਮਲ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਓ ਫਿਰ ਆਪਾਂ ਸਾਰੀ ਸੰਗਤ ਹੀ ਕਰੀਏ। ਅਤੇ ਗੁਰੂ ਦੇ ਘਰ 'ਚ ਪਹਿਲਾਂ ਨਾਲੋਂ ਵੀ ਜ਼ਿਆਦਾ ਰੌਣਕ ਹੋ ਗਈ। ਉਹ ਸੰਗਤਾਂ ਸ਼ਬਦ ਪੜ੍ਹਨ ਲੱਗ ਪਈਆਂ। ਬਾਬਾ ਬੁੱਢਾ ਜੀ ਗੁਰੂ ਜੀ ਵਿੱਚ ਆਪ ਬਹਿ ਗਏ, ਸਰੰਦਾ ਲੈ ਕੇ, ਆਨੰਦ ਬਣ ਗਿਆ ਆਨੰਦ। ਅਤੇ ਉਹ ਜਿਹੜੇ ਗਏ ਸੀ ਨਾ ਵੀ ਸਾਡਾ ਕਰਕੇ ਤੇਰੇ ਘਰ ਰੌਣਕ ਹੈ, ਉਹਨਾਂ ਨੂੰ ਕੋੜ ਹੋ ਗਿਆ। ਕਿਉਂਕਿ ਸਰੀਰ ਅੱਜ ਆਪਣਾ ਬੜਾ ਸੋਹਣਾ ਸਾਧ ਸੰਗਤ ਜੀ, ਕੀ ਪਤਾ ਕਿਹੜੇ ਵੇਲੇ ਬਿਮਾਰੀ ਅੰਦਰੋਂ ਜਨਮ ਲੈ ਲੈਣੀ। ਮੇਰਾ ਕੋਈ ਸੱਜਣ ਸੀ ਅਤੇ ਉਹ 2-4 ਦਿਨ ਬੁਖਾਰ ਚੜ੍ਹਿਆ, ਸਿਹਤ ਠੀਕ ਨਹੀਂ ਸੀ, ਅਤੇ ਸਾਰੇ ਚੈੱਕਅਪ ਕਰਾਏ ਅਤੇ ਉਹਦੇ ਗੁਰਦੇ 'ਚ ਨੁਕਸ ਪੈ ਗਿਆ। ਚੰਗਾ ਭਲਾ ਤਾਂ ਉਹ ਬੜਾ ਰੋਵੇ। ਮੈਂ ਕਿਹਾ ਕੁਛ ਨਹੀਂ ਭਲਿਆ, ਬਾਣੀ ਪੜ੍ਹਿਆ ਕਰ। ਤੋ ਕਈ ਵਾਰੀ ਇੱਦਾਂ ਸੋਚ ਕੇ ਬੜਾ ਆਉਂਦਾ ਕਿ ਸਤਿਗੁਰੂ ਮਹਾਰਾਜ ਕਿਰਪਾ ਕਰੀ, ਆਪਣੀਆਂ ਨਜ਼ਰਾਂ 'ਚ ਰੱਖੀ। ਤੋ ਕਹਿੰਦੇ ਵੀ ਇਹਨਾਂ ਦੇ ਖਾਰਸ਼ ਸ਼ੁਰੂ ਹੋ ਗਈ, ਖਾਰਸ਼ ਤੋਂ ਜ਼ਖਮ ਸ਼ੁਰੂ ਹੋ ਗਏ ਅਤੇ ਕੋੜ ਬਣਨਾ ਸ਼ੁਰੂ ਹੋ ਗਿਆ। ਅਤੇ ਜਦੋਂ ਸ਼ੁਰੂ ਹੋ ਗਿਆ ਅਤੇ ਉਸ ਵਕਤ ਕੋੜ ਦੀ ਬਿਮਾਰੀ ਬਹੁਤ ਭਿਆਨਕ ਸੀ। ਜਿਹਨੂੰ ਇੱਕ ਵਾਰੀ ਹੋ ਜਾਂਦਾ ਸੀ ਉਹ ਤਾਂ ਮਰ ਜਾਂਦਾ ਸੀ, ਬਚਦਾ ਨਹੀਂ ਸੀ। ਕਿਉਂਕਿ ਉਂਗਲ ਤੋਂ ਸ਼ੁਰੂ ਹੁੰਦਾ ਸਾਰਾ ਸਰੀਰ ਗਲ ਜਾਂਦਾ ਸੀ। ਅਤੇ ਜਦੋਂ ਸਰੀਰ ਗਲਣਾ ਸ਼ੁਰੂ ਹੋਇਆ ਅਤੇ ਜਿਹਦੇ ਕੋਲ ਵੀ ਜਾਂਦੇ ਆ ਉਹੀ ਕਹਿੰਦਾ ਬੂਹਾ ਢੋਲੋ, ਗੁਰੂ ਘਰ ਦੇ ਨਿੰਦਕ ਆ ਗਏ। ਆਖੋ ਸਤਿਨਾਮ। ਅਤੇ ਬਾਣੀ ਵੀ ਕਹਿੰਦੀ ਹੈ ਨਾ, ਬੇਮੁਖ ਹੋਏ ਰਾਮ ਤੇ ਲੱਗਣ ਜਨਮ, ਖਿਨ ਮੈਂ ਕੌੜੇ ਹੋਏ ਗਏ ਜਿਤੜੇ।
ਹੁਣ ਜਿਹੜੀ ਮਾਇਆ ਕਰਕੇ ਭੋਗ ਵਿਲਾਸ ਸੀ ਹੁਣ ਘਰ ਦੇ ਵੀ ਅੱਖਾਂ ਕੱਢਦੇ ਆ, ਕਿਉਂਕਿ ਅੱਗੇ ਆਉਂਦੇ ਸੀ ਤੇ ਘਰ ਵਾਲੀਆਂ ਵੀ ਠੰਡਾ ਪਾਣੀ। ਹੁਣ ਜਦੋਂ ਨੌਕਰੀ ਚਲੇਗੀ, ਗੁਰੂ ਮਹਾਰਾਜ ਦੇ ਦਰਬਾਰ 'ਚੋਂ ਉੱਠ ਗਏ ਤੇ ਫਿਰ ਪੁੱਛਣਾ ਕਿਹਨੇ ਸੀ? ਸਾਡੀ ਵਡਿਆਈ ਗੁਰੂ ਸਾਹਿਬ ਕਰਕੇ ਹੈ, ਸਾਡੇ ਵਰਗੇ ਵੀ ਤੁਰੇ ਫਿਰਦੇ ਆ। ਉਨਾ ਚਿਰ ਸੰਗਤ ਪਿਆਰ ਕਰ ਰਹੀ, ਕਿਉਂਕਿ ਜਿੰਨਾ ਚਿਰ ਗੁਰੂ ਦੀ ਹਜ਼ੂਰੀ 'ਚ ਆ। ਜਿੱਦਣ ਕੋਈ ਗੱਲਬਾਤ ਹੋਈ, ਹਜ਼ੂਰੀ ਛੁੱਟ ਗਈ, ਮੁੜ ਕੇ ਕਿਸੇ ਨੇ ਤੇ ਪਾਣੀ ਨਹੀਂ ਪੁੱਛਣਾ। ਤੋ ਕਹਿੰਦੇ ਜਿਹੜੀਆਂ ਸੰਗਤਾਂ ਫੁੱਲਾਂ ਦੀ ਵਰਖਾ ਕਰਕੇ ਸੱਦਦੀਆਂ ਸੀ, ਇੰਨਾ ਮਾਣ ਸਤਿਕਾਰ ਦਿੰਦੀਆਂ ਸੀ, ਉਹਨਾਂ ਬੂਹੇ ਢੋਲੇ, ਕਿਉਂਕਿ ਗੁਰੂ ਛੁੱਟ ਗਿਆ ਨਾ ਹੰਕਾਰ ਵਿੱਚ। ਤੇ ਜਿਹੜੇ ਬੂਹੇ ਤੇ ਜਾਣ, ਬੂਹਾ ਢੁੱਬ ਜੇ, ਘਰ ਦੇ ਵੀ ਕਹਿਣ ਮਰ ਜਾਓ, ਗਲੋਂ ਲੈ ਜਾਓ, ਕਿੱਥੋਂ ਖਾਣਾ ਏ। ਫਿਰ ਜਦੋਂ ਅੰਦਰੋਂ ਪਛਤਾਵਾ ਆਇਆ ਤੇ ਇੱਕ ਰੂਹ ਫਿਰ ਪ੍ਰਗਟ ਹੋਈ, ਜਿਹਦਾ ਨਾਂ ਸੀ ਭਾਈ ਲੱਦਾ ਪਰਉਪਕਾਰੀ। ਮੈਂ ਤਾਂ ਸਾਂਝ ਪਾਈ ਕਿਉਂਕਿ ਸਹਿਜ ਪਾਠ ਆਪਣਾ ਚਲੇ ਗਿਆ। ਵੇ ਗੁਰੂ ਨਾਨਕ ਦੀ ਦਇਆ ਦਾ ਸਦਕਾ, ਪਾਵਨ ਪਵਿੱਤਰ ਸੱਤੇ ਬਲਵੰਡੇ ਦੀ ਵਾਰ, ਦਇਆ ਦੇ ਸਤਿਗੁਰੂ ਰਹਿਮਤ ਦੇ ਦਾਤੇ ਨੇ ਕਿਰਪਾ ਕੀਤੀ। ਉਹ ਭਾਈ ਸਾਹਿਬ ਫਿਰ ਕਥਾ ਲੰਮੀ, ਆਪਾਂ ਗੁਰੂ ਨਾਨਕ ਦੇ ਪ੍ਰਕਾਸ਼ ਵੱਲ ਜਾਣਾ ਏ, ਉਹ ਲੈ ਕੇ ਆਏ ਸੀ। ਫਿਰ ਮਹਾਰਾਜ ਨੇ ਬਚਨ ਕਿੱਡਾ ਕਰਨਾ। ਗੁਰੂ ਅਰਜਨ ਸਾਹਿਬ ਪਿਆਰ ਵੀ ਬੜਾ ਕਰਦੇ ਹੈ, ਤੇ ਜੇ ਕਿਤੇ ਵੀਰ ਰਸ ਵਿੱਚ ਆ ਜਾਣ ਤੇ ਫਿਰ ਪਤੀਲੇ ਵਕੂ ਮਾਂਜਦੇ ਵੀ ਹੈ, ਕਿਉਂਕਿ ਮਹਾਰਾਜ ਬੜਾ ਸਰੋਪੇ। ਕਹਿੰਦੇ ਸੀ ਮੇਰੇ ਸਿੱਖ ਮੇਰੇ ਦਰਬਾਰ ਦੀ ਸ਼ਾਨ ਹੈ। ਜਦੋਂ ਬਹਿ ਜਾਂਦੇ ਆਪਣੇ ਤਖਤ 'ਤੇ ਕਥਾ ਕੀਰਤਨ ਕਰਨ ਤੇ ਰੌਣਕਾਂ ਲੱਗਦੀਆਂ ਏ, ਪਰ ਜਦੋਂ ਗੁਰੂ ਨੂੰ ਅਹੰਕਾਰ ਕਰਕੇ ਬੋਲੇ ਤੇ ਮਹਾਰਾਜ ਤੋਂ ਬੇਮੁਖ ਹੋ ਗਏ। ਤੇ ਮਹਾਰਾਜ ਨੇ ਬਚਨ ਵੀ ਕਹਿਤਾ, ਕਹਿੰਦੇ ਜਾਓ ਗੁਰੂ ਤੋਂ ਬੇਮੁਖੋ, ਕੋੜ ਹੋ ਕੇ ਮਰੋ। ਤੇ ਨਾਲ ਇਹ ਵੀ ਕਹਿਤਾ ਵੀ ਜਿਹੜਾ ਇਹਨਾਂ ਨੂੰ ਲੈ ਕੇ ਆਇਆ ਨਾ ਸਾਡੇ ਕੋਲ ਦੁਬਾਰਾ, ਉਹਦਾ ਮੂੰਹ ਕਾਲਾ ਕਰਕੇ, ਉਹਦੇ ਗਲ 'ਚ ਛਿੱਤਰਾਂ ਦਾ ਹਾਰ ਪਾ ਕੇ ਖੋਤੇ 'ਤੇ ਚੜਾਵਾਂਗੇ। ਤੇ ਭਾਈ ਲੱਦਾ ਜੀ ਨੂੰ ਪਤਾ ਲੱਗਾ ਤੇ ਕਹਿੰਦੇ ਮੈਂ ਚੱਲਦਾ ਲੈ ਕੇ। ਤੇ ਸੱਤਾ ਬਲਵੰਡਾ ਜੀ ਕਹਿੰਦੇ ਭਾਈ ਸਾਹਿਬ, ਗੁਰੂ ਸਾਹਿਬ ਨੇ ਸ਼ਰਤ ਰੱਖੀ ਵੀ ਜਿਹੜਾ ਲੈ ਕੇ ਆਇਆ ਤੇ ਉਹਨੂੰ ਇੱਦਾਂ ਕਰਨਾ। ਉਹਦਾ ਚਾਅ ਚੜ੍ਹ ਗਿਆ। ਦੇਖੋ ਕਿੱਦਾਂ ਦੇ ਸਿੱਖ ਸੀ। ਕਹਿੰਦੇ ਇੰਨੀ ਕੀ ਸ਼ਰਤ? ਕਹਿੰਦੇ ਮਹਾਰਾਜ ਨੇ ਕਿਹਾ ਹਾਰ ਪਾਉਣਾ, ਮੂੰਹ ਕਾਲਾ, ਖੋਤੇ 'ਤੇ ਚੜਾਉਣਾ। ਮੈਂ ਇੱਕ ਕੰਮ ਵੱਧ ਕਰੂੰ, ਨਾਲ ਢੋਲ ਵਾਲਾ ਵੀ ਖੜਦੇ ਆ। ਕਿੱਦਾਂ ਦੇ ਪਰਉਪਕਾਰੀ ਸਿੱਖ। ਅੱਜ ਆਪਾਂ ਪਰਉਪਕਾਰ ਕਰਨਾ ਹੋਵੇ ਨਾ 100 ਵਾਰੀ ਸੋਚੀਦਾ ਵੀ ਮੈਨੂੰ ਕੋਈ ਕੀ ਕਹੂਗਾ, ਕੀ ਕੋਈ ਮੇਰੀ ਗੱਲ ਨਾ ਬਣਾ ਦੇ, ਕੋਈ ਇੱਦਾਂ ਨਾ ਕਰ ਲੇ। ਇੱਧਰ ਵੇਖਿਓ ਹੁਣ। ਤਾਂ ਉਸ ਵੇਲੇ ਸਾਧ ਸੰਗਤ ਜੀ ਭਾਈ ਸਾਹਿਬ ਨੇ ਪਹਿਲਾਂ ਤਾਂ ਆਪਣਾ ਮੂੰਹ ਕਾਲਾ ਕੀਤਾ। ਆਪਾਂ ਤਾਂ ਸਾਬਣ ਲਾ ਕੇ ਕਰੀਮਾਂ ਕਰੂਮਾਂ ਤਾਂ ਫੇਰ ਹੀ ਤੁਰੀਦਾ ਘਰੋਂ। ਤੇ ਉਹਨਾਂ ਨੇ ਮੂੰਹ ਕਾਲਾ ਕੀਤਾ, ਫਿਰ ਆਪਣੇ ਗਲ 'ਚ ਜੁੱਤੀਆਂ ਦਾ ਹਾਰ ਪਾਇਆ, ਫਿਰ ਖੋਤੇ 'ਤੇ ਚੜ੍ਹੇ ਤੇ ਢੋਲ ਵਾਲੇ ਨੂੰ ਕਹਿੰਦੇ ਉੱਚੀ ਉੱਚੀ ਵਜਾ। ਤੇ ਜਦੋਂ ਆ ਗਏ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੰਗਤ ਵਿੱਚ ਬੈਠੇ, ਕਹਿੰਦੇ ਬਰਾਤ ਕਿਹਦੀ ਆ ਰਹੀ ਆ? ਤੇ ਸਿੱਖਾਂ ਨੇ ਆਖਿਆ ਮਹਾਰਾਜ ਬਰਾਤ ਨਹੀਂ ਆ ਰਹੀ, ਤੁਹਾਡੇ ਆ ਰਹੇ ਹੈ ਕਥਾ ਕੀਰਤਨ ਵਾਲੇ। ਤੇ ਨਾਲ ਕੋਈ ਸਿੱਖ ਕਦੇ 'ਤੇ ਚੜ੍ਹਿਆ ਮੇਰੇ ਹਜ਼ੂਰ ਨੂੰ। ਇਤਿਹਾਸ ਕਹਿੰਦਾ ਜਦੋਂ ਪਤਾ ਲੱਗਾ ਵੀ ਭਾਈ ਲੱਦਾ ਏ, ਮਹਾਰਾਜ ਸਾਹਿਬ ਆਪਣੇ ਪਲੰਗੇ ਤੋਂ ਉੱਠੇ ਭੱਜ ਕੇ, ਤੇ ਮਹਾਰਾਜ ਦਾ ਗੋਡਾ ਭੱਜ ਗਿਆ। ਇੰਨਾ ਪਿਆਰ ਮਹਾਰਾਜ, ਜੋੜਾ ਵੀ ਨਹੀਂ ਪਾਇਆ, ਉੱਦਾਂ ਹੀ ਅੱਗੇ ਭੱਜ ਚੱਲੇ। ਤਾਂ ਸਿੱਖ ਮਗਰ ਜੋੜਾ ਲੈ ਕੇ ਮਹਾਰਾਜ ਨੇ ਜਾ ਕੇ ਭਾਈ ਸਾਹਿਬ ਨੂੰ ਗਦੇ ਤੋਂ ਲਾਇਆ, ਹਾਰ ਤੋੜ ਕੇ ਪਾਸੇ। ਤੇ ਮਹਾਰਾਜ ਆਪਣਾ ਹਜ਼ੂਰੀਆ ਲੈ ਕੇ ਤੇ ਸਿੱਖ ਦਾ ਮੂੰਹ ਸਾਫ਼ ਕਰਨ ਲੱਗੇ। ਭਾਈ ਲੱਦਾ ਜੀ ਕਹਿੰਦੇ ਮਹਾਰਾਜ ਮੇਰਾ ਬੜਾ ਸੋਹਣਾ ਮੂੰਹ ਆ। ਮਹਾਰਾਜ ਕਹਿੰਦੇ ਤੂੰ ਇਹ ਕੀ ਕੀਤਾ, ਤੇਰੀ ਦੁਨੀਆ 'ਚ ਇੱਜ਼ਤ ਨਹੀਂ ਰਹਿ ਗਈ। ਕਹਿੰਦਾ ਮੈਂ ਦੁਨੀਆ ਤੋਂ ਲੈਣਾ ਵੀ ਕੀ ਆ। ਇਹਨਾਂ ਦੀ ਇਹ ਲੋਕਾਂ ਦੀ ਪਰਵਾਹ ਪ੍ਰਭੂ ਨਹੀਂ ਕਰੀਦੀ ਹੁੰਦੀ। ਇਹਨਾਂ ਇੱਕ ਦਿਨ ਵੈਸੇ ਵੀ ਤਾਂ ਚੁੱਲ੍ਹੇ 'ਚ ਹੀ ਡਾਉਣਾ, ਇੰਨੀ ਨਹੀਂ ਪਰਵਾਹ ਕਰੀਦੀ। ਜਿਨ੍ਹਾਂ ਦੇ ਮੁਰਸ਼ਦ ਰੰਗਲੇ ਜਿਨ ਪ੍ਰੇਮ ਕੀਹੋ, ਇਹ ਲੋਕ ਨਹੀਂ ਖੁਸ਼ ਹੁੰਦੇ। ਮਹਾਂਪੁਰਖ ਕਹਿੰਦੇ ਹੁੰਦੇ ਸੀ ਦੁਨੀਆ ਜਿਹੜੀ ਹੈ ਨਾ ਖੱਚਰ ਵਰਗੀ ਹੈ, ਅੱਗੋਂ ਦੀ ਲੰਘੋ ਤੇ ਦੰਦੀ ਵੜਦੀ ਹੈ, ਤੇ ਪਿੱਛੋਂ ਦੀ ਲੰਘੋ ਤੇ ਦਲੱਤਾਂ ਮਾਰਦੀ ਹੈ। ਇਹਨਾਂ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਦੁਨੀਆ ਨੂੰ। ਜੋ ਕਹਿੰਦਾ ਕੋਈ ਕਹੀ ਜਾਣਦੇ ਹੋ, ਬਸ ਆਪਣੇ ਪ੍ਰੇਮ ਦੇ ਵਿੱਚ ਰਹੋ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਬੜਾ ਖੁਸ਼ ਹਾਂ। ਮਹਾਰਾਜ ਕਹਿੰਦੇ ਤੂੰ ਇੱਦਾਂ ਕਿਉਂ ਕੀਤਾ? ਕਹਿੰਦੇ ਮਹਾਰਾਜ ਤੇਰੇ ਬੋਲ ਸੀ ਕਿ ਅਸੀਂ ਕਰਨਾ ਏ, ਮੈਂ ਤੁਹਾਨੂੰ ਖੇਚਲ ਨਹੀਂ ਕਰਤੀ, ਮੈਂ ਆਪ ਹੀ ਕਰ ਲਿਆ। ਤੇ ਮਹਾਰਾਜ ਸਾਹਿਬ ਜੀ ਮੇਰਾ ਮੂੰਹ ਨਹੀਂ ਸਾਫ਼ ਕਰੋ, ਇਹਨਾਂ ਦੇ ਪਾਪ ਸਾਫ਼ ਕਰ ਦਿਓ। ਬੱਚੇ ਆ, ਗਲਤੀ ਕਰ ਬੈਠੇ। ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ। ਆਪਣੇ ਬੱਚਿਆਂ ਤੋਂ ਗਲਤੀ ਹੁੰਦੀ ਕਿ ਮਾਰ ਦਿੰਦੇ ਜੀ। ਸੋਚੋ ਜੀ, ਗਲਤੀ ਕਿਸੇ ਤੋਂ ਵੀ ਹੋ ਸਕਦੀ, ਬਹੁਤ ਵੱਡੀ ਗਲਤੀ ਹੋ ਜਾਂਦੀ ਬੱਚਿਆਂ ਤੋਂ, ਪਰ ਮਾਂ ਪਿਓ ਕਦੇ ਜ਼ਹਿਰ ਨਹੀਂ ਦਿੰਦਾ। ਆਖੋ ਸਤਿਨਾਮ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਹਾਂ ਲੋਭ ਤਹਿ ਪਾਪ ਹੈ, ਜਹਾਂ ਖਿਮਾ ਤਹਿ। ਜਿੱਥੇ ਕੋਈ ਇੱਦਾਂ ਦਾ ਬੈਠਾ ਨਾ ਵੀ ਕਿਸੇ ਦਾ ਗੁਨਾਹ ਵੇਖ ਕੇ ਉਹਨੂੰ ਬਖਸ਼ ਦੇ, ਮਾਰੇ ਕਹਿੰਦੇ ਉੱਥੇ ਮੈਂ ਆ ਗਿਆ।
ਜਹਾਂ ਖਿਮਾ ਤੈ ਆਪ। ਇੱਦਾਂ ਦਾ ਦਿਲ ਰੱਖੋ ਵੀ ਵੱਡੇ ਤੋਂ ਵੱਡੀ ਗਲਤੀ ਹੋਵੇ ਤੇ ਉਹਨੂੰ ਝੱਲ ਜੋ, ਉਹਨੂੰ ਗੱਲ ਨਾ ਲਾਓ, ਤੇ ਖਿਮਾ ਦੇ ਵਿੱਚ ਮੈਂ ਆਪ ਬੈਠਾ ਏ। ਤੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਜੀ ਇਹਨਾਂ ਨੂੰ ਬਖਸ਼ੋ। ਤੇ ਮੇਰੇ ਗੁਰੂ ਅਰਜਨ ਸਾਹਿਬ ਨੇ ਆਖਿਆ ਵੀ ਜਿਹੜੇ ਮੁਖ ਤੋਂ ਇਹਨਾਂ ਨੇ ਗੁਰੂ ਨਾਨਕ ਦੇ ਘਰ ਨੂੰ ਨਿੰਦਿਆ ਨਾ, ਉਸੇ ਮੂੰਹ ਤੋਂ ਹੀ ਇਸ ਘਰ ਦੀ ਉਸਤਤ ਕਰਨ ਰਾਜੀ ਹੋ ਜਾਣਗੇ। ਮਹਾਰਾਜ ਰਾਜੀ ਇਕੱਲੇ ਹੋਰ ਵੀ ਕੁਛ ਦਿਓ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਲੈ ਫਿਰ ਇਸ ਘਰ ਦੀ ਵਡਿਆਈ ਕਰਨ, ਇਹਨਾਂ ਦੇ ਲੋਕ ਵੀ ਸੁਖੀਏ ਤੇ ਪਰਲੋਕ ਵੀ ਸੁਹੇਲੇ। ਸੋ ਗੁਰੂ ਮਹਾਰਾਜ ਦੀ ਮਿਹਰ ਹੋਈ। ਫਿਰ ਉਹਨਾਂ ਦੋਵਾਂ ਭਰਾਵਾਂ ਨੇ ਆ ਜਿਹੜੀ ਵਾਰ ਹੈ ਇਹ ਉਚਾਰਨ ਕੀਤੀ, ਜਿਹਦੇ ਵਿੱਚ 5 ਗੁਰੂ ਸਾਹਿਬ ਜੀ ਦਾ ਜ਼ਿਕਰ ਕੀਤਾ ਹੈ। ਕਿਉਂਕਿ ਪਹਿਲਾਂ ਉਹਨਾਂ ਨੇ ਕਿਹਾ ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅੰਗਦ ਅਮਰ ਤੂੰ ਵਿਚਾਰਿਆ। ਫਿਰ ਅੱਗੇ ਕਹਿੰਦੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ। ਤੇ ਫਿਰ ਅਖੀਰ ਦੇ ਵਿੱਚ ਆ ਕੇ ਉਹਨਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਜ਼ਿਕਰ ਕੀਤਾ ਕਿ ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਮੇਰੇ ਪਾਤਸ਼ਾਹ ਮਿਹਰ ਕਰਨ। ਇਤਿਹਾਸ ਕਹਿੰਦਾ ਜਦੋਂ ਇੱਥੇ ਗੁਰੂ ਅਰਜਨ ਸਾਹਿਬ ਆਏ ਤੇ ਇਹ ਵੀ ਨਾਲ ਆਏ ਸੀ ਡੱਲੇ। ਆਖੋ ਸਤਨਾਮ। ਬਹੁਤ ਪਵਿੱਤਰ ਧਰਤੀ ਹੈ। ਆਓ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦੇ ਦਰਸ਼ਨ ਹੋਣੇ ਹੈ। 5-7 ਮਿੰਟਾਂ ਨੂੰ ਸਿੰਘ ਇੱਕ ਉੱਠ ਕੇ ਤੇ ਸਾਰੇ ਫੁੱਲ ਜਿਹੜੇ ਸੰਗਤ ਨੂੰ ਵਰਤਾਇਓ। ਤੇ ਜਦੋਂ ਫਿਰ ਗੁਰੂ ਮਹਾਰਾਜ ਦਾ ਪ੍ਰਕਾਸ਼ ਵਾਲਾ ਸਮਾਂ ਆਇਆ, ਉਦੋਂ ਸ਼ਬਦ ਪੜ੍ਹਿਆ ਜਾਵੇਗਾ। ਤੇ ਕਾਹਲੀ ਨਹੀਂ, ਬੜੇ ਪ੍ਰੇਮ ਨਾਲ 2-2 3-3 ਜਾਣੇ ਉੱਠ ਕੇ ਮਹਾਰਾਜ ਸਾਹਿਬ ਜੀ ਨੂੰ ਪਿਆਰ ਦੀ ਭੇਟਾ ਦੇਣਾ ਕਰਿਓ। ਤਲਵੰਡੀ ਮੈਂ ਰਾਏ ਬੁਲਾਰੋ, ਸੋ ਦਰਸ਼ਨ ਕਾਲੋ ਸੰਗ ਪਿਆਰੋ। ਕਹਿੰਦੇ ਉਸ ਤਲਵੰਡੀ ਦੇ ਵਿੱਚ ਰਾਏ ਬੁਲਾਰ ਜੀ ਰਹਿੰਦੇ ਹਨ, ਜਿਨ੍ਹਾਂ ਦਾ ਬੜਾ ਪਿਆਰ ਹੈ ਮਹਿਤਾ ਕਾਲੂ ਦੇ ਨਾਲ। ਠੀਕ ਹੈ, ਇੱਕ ਮਾਂ ਦੇ ਪੇਟੋਂ ਭਾਵੇਂ ਜਨਮ ਨਹੀਂ ਲਿਆ, ਪਰ ਬਹੁਤ ਪਿਆਰ ਕਰਦੇ ਇੱਕ ਦੂਜੇ ਨੂੰ। ਅੱਜ ਵੀ ਕਈ ਸੰਗਤਾਂ ਦਾ ਲਹੂ ਦਾ ਰਿਸ਼ਤਾ ਨਹੀਂ ਹੁੰਦਾ, ਪਰ ਇੱਕ ਦੂਜੇ ਤੋਂ ਜਾਨ ਵਾਰ ਦਿੰਦੇ, ਇੰਨੀ ਮੁਹੱਬਤ ਕਰਦੇ। ਸਗੋਂ ਜਿਹੜੇ ਲਹੂ ਦੇ ਰਿਸ਼ਤੇ ਹੁੰਦੇ ਨਾ, ਉਹ ਨੁਕਸਾਨ ਹੀ ਕਰਦੇ ਆ। ਉਹ ਘੱਟ ਹੀ ਸਵਾਰਦੇ, ਜਿਹੜੇ ਦੂਸਰੇ ਹੁੰਦੇ ਕਈ ਵਾਰੀ ਜ਼ਿਆਦਾ ਸਵਾਰ ਦਿੰਦੇ ਆ। ਆਖੋ ਸਤਨਾਮ ਸ੍ਰੀ। ਮੇਰਾ ਕੋਈ ਸੱਜਣ ਦੱਸ ਰਿਹਾ ਸੀ ਵੀ ਕੋਈ ਬੰਦੇ ਨਾ NRI ਸੀ, ਅਮਰੀਕਾ ਵਿੱਚ ਸੈੱਟ ਸੀ, ਤੇ ਕੋਈ ਉਹਨਾਂ ਦੇ ਘਰ ਨਾ ਵਿਚਾਰਾ 22-23 ਸਾਲ ਤੋਂ ਉਹਨਾਂ ਦਾ ਗੋਹਾ ਸੁੱਟ ਰਿਹਾ ਸੀ, ਗੋਹਾ। ਤੇ ਉਹ ਜਦੋਂ ਬਾਹਰੋਂ ਆਏ ਤੇ ਉਹਨਾਂ ਦਾ ਬੀਬੀ ਭਾਪਾ ਇੱਥੇ ਰਹਿੰਦੇ ਸੀ, ਤੇ ਉਹ ਇੰਨੇ ਕੁ ਦਿਆਲ ਹੋ ਗਏ, ਗੋਹਾ ਸੁੱਟਣ ਵਾਲੇ ਤੇ 27-28 ਲੱਖ ਰੁਪਈਆ ਲਾ ਕੇ ਅਮਰੀਕਾ ਲੈ ਗਏ। ਵੇਖੋ ਪਰਉਪਕਾਰ ਨਹੀਂ ਤੇ ਅਗਲਾ ਕਵੇ ਵੀ ਇਹਨੇ ਕਿੱਥੋਂ ਮੋੜਨੇ ਕਿੱਦਾਂ। ਇੱਕ ਦਿਲ ਹੁੰਦਾ ਏ, ਜਦੋਂ ਕਿਸੇ ਨਾਲ ਮੁਹੱਬਤ ਹੋ ਜੇ ਤੇ ਮੁਹੱਬਤ 'ਚ ਦਿੱਤਾ ਹੀ ਜਾਂਦਾ, ਲਿਆ ਨਹੀਂ ਜਾਂਦਾ। ਕਿੰਨਾ ਕੁ ਤਰਸ ਆਇਆ ਹੋਵੇਗਾ ਕਿ ਜਿਹੜਾ ਬੰਦਾ 5-7 ਹਜ਼ਾਰ ਤੇ ਜ਼ਿੰਦਗੀ ਰੁਲ ਰਿਹਾ ਸੀ ਦਿਨੇ ਰਾਤ, ਹੈ ਉਹਦੀ ਲਾਈਫ ਬਣਾਤੀ। 2 ਸਾਲਾਂ 'ਚ ਉਹਨੇ ਲਾ ਦੇਣੇ ਆ, ਤੇ ਉਹ ਕਿੰਨੀਆਂ ਸੀਸਾਂ ਦੇਵੇਗਾ ਜੀ। ਆਖੋ ਸਤਨਾਮ। ਮਹਾਰਾਜ ਨੇ ਕਿਹਾ ਮੇਰੇ ਸਿੱਖੋ ਪਰਉਪਕਾਰ ਕਰਿਓ, ਆਪਣੀ ਜ਼ਿੰਦਗੀ 'ਚ ਕਿਸੇ 'ਤੇ ਵੀ ਕਰ ਦਿਓ। ਇਹ ਪਰਉਪਕਾਰ ਦਰਗਾਹ ਤੱਕ ਪਹੁੰਚਦਾ ਹੈ। ਤੇ ਜੇ ਕਿਸੇ ਦਾ ਬਣਦਾ ਕੰਮ ਖਰਾਬ ਕਰੀਏ ਤੇ ਫਿਰ ਉਹਦਾ ਪਾਪ ਵੀ ਬੜਾ ਲੱਗਦਾ। ਕਿਸੇ ਦਾ ਕੰਮ ਗਰੀਬ ਦਾ ਸੌਰਦਾ ਹੋਵੇ, ਕਈਆਂ ਨੂੰ ਆਦਤ ਹੁੰਦੀ ਵਿੱਚ ਚੁਗਲੀ ਕਰਕੇ ਖਰਾਬ ਕਰ ਦੇਣਾ। ਤੇ ਮਹਾਰਾਜ ਕਹਿੰਦੇ ਤੂੰ ਕਿਸੇ ਦਾ ਖਰਾਬ ਕੀਤਾ, ਤੇਰਾ ਦਰਗਾਹ ਦਾ ਰਸਤਾ ਖਰਾਬ ਹੋ ਜਾਣਾ। ਕਿਸੇ ਦੇ ਰਸਤੇ 'ਚੋਂ ਕੰਡੇ ਚੁੱਕਦੇ, ਬੋਕਰ ਫੇਰਦੇ, ਜਿੱਦਣ ਮਰੇਗਾ ਤੂੰ ਵੀ ਸਹੀ ਸਿੱਧਾ ਹੀ ਜਾਵੇਂਗਾ। ਤਾਂ ਹੀ ਮਹਾਰਾਜ ਨੇ ਪਰਉਪਕਾਰ ਕਰਨ ਵਾਸਤੇ ਆਗਮਨ ਲੈਣਾ। ਕਹਿੰਦੇ ਬੜਾ ਪਿਆਰ ਹੈ ਮਹਿਤਾ ਕਾਲੂ ਜੀ ਤੇ ਰਾਏ ਬੁਲਾਰ ਜੀ ਦਾ। ਕਹਿੰਦੇ ਰਾਏ ਬੁਲਾਰ ਜੀ ਦੇ ਜਿੰਨੇ ਵੀ ਪਿੰਡ ਸਨ ਨਾ ਨੇੜੇ ਨੇੜੇ, ਜਿਹੜੇ ਉਹਦੇ ਅਧੀਨ ਸਨ, ਛੋਟੇ ਛੋਟੇ ਕਸਬੇ, ਉਹਨਾਂ ਸਾਰਿਆਂ ਦਾ ਪਟਵਾਰੀ ਮਹਿਤਾ ਕਾਲੂ ਜੀ ਨੂੰ ਲਾਉਣਾ ਕੀਤਾ। ਕਹਿੰਦੇ ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ। ਆਖੋ ਸਤਨਾਮ। ਉਹਨਾਂ ਨੇ ਬੜੀ ਆਸ ਰੱਖੀ ਹੈ, ਬੜੀ ਖੁਸ਼ੀ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ। ਕਹਿੰਦੇ ਮਾਤਾ ਤ੍ਰਿਪਤਾ ਜੀ ਨੇ ਗਰਭ ਧਾਰਨ ਕੀਤਾ ਹੈ, ਤੇ ਬੜੀ ਆਸ ਸੀ ਉਹਨਾਂ ਨੂੰ ਕਿ ਸਾਡੇ ਘਰ ਪੁੱਤਰ ਹੋ ਜਾਵੇ। ਪਰ ਕਵੀ ਜੀ ਕਹਿੰਦੇ ਹਨ ਜਨਮੀ ਤਨੀਆਂ ਸਮਤ ਪ੍ਰਵੀਨਾ। ਪਰ ਜਦੋਂ ਸਮਾਂ ਸੀਮਤ ਹੋਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਦੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਇੱਕ ਲੜਕੀ ਨੇ ਜਨਮ ਲੈਣਾ ਕੀਤਾ।
ਪਾਰਬਤੀ ਜਨਮੀ ਜਰਾਹੀ। ਕਹਿੰਦੇ ਹਿਮਾਲਿਆ ਪਰਬਤ ਦਾ ਇੱਕ ਰਾਜਾ ਹੋਇਆ, ਉਹਦੀ ਘਰਵਾਲੀ ਦਾ ਨਾਮ ਮੈਨਾ ਸੀ। ਬੜੀ ਬੰਦਗੀ ਵਾਲੀ ਤੇ ਬੜੀ ਸੁੰਦਰ ਔਰਤ ਸੀ, ਜਿਹਦੇ ਘਰ ਪਾਰਬਤੀ ਦਾ ਜਨਮ ਹੋਇਆ। ਆਖੋ ਸਤਨਾਮ ਸ੍ਰੀ। ਤੋ ਪਾਰਬਤੀ ਵੀ ਬਹੁਤ ਸੁੰਦਰ ਸਨ, ਕਿਉਂਕਿ ਪੁਰਾਤਨ ਇਤਿਹਾਸ ਹੈ, ਇਹ 'ਚ ਕੋਈ ਸ਼ੱਕ ਨਹੀਂ ਕਿ ਇਹ ਜਿਹੜੀ ਬੰਦੇ ਦੀ ਸੁੰਦਰਤਾ ਹੁੰਦੀ ਨਾ ਸਾਧ ਸੰਗਤ, ਜਿਹੜੇ ਆਪਣਾ ਚੰਗੇ ਘਰ ਜਨਮ ਹੋਣਾ, ਰੰਗ ਗੋਰਾ, ਆਪਣੇ ਜਵਾਨ ਸੋਹਣੇ, ਇਹ ਵੀ ਇੱਕ ਭਗਤੀ ਆ, ਬੰਦਗੀ ਹੁੰਦੀ ਆਪੋ ਆਪਣੀ। ਕਿਉਂਕਿ ਬੰਦਗੀ ਦੇ ਨਾਲ ਬੰਦੇ ਨੂੰ ਇਹ ਚੀਜ਼ਾਂ ਜਿਹੜੀਆਂ ਪਰਮਾਤਮਾ ਗਿਫਟ, ਗੋਡ ਗਿਫਟ ਜਿਹਨੂੰ ਕਹਿੰਦੇ ਗਿਫਟ ਹੁੰਦਾ, ਇਹ ਕਿਤੇ ਧੱਕੇ ਨਾਲ ਥੋੜ੍ਹਾ ਦਿੱਤੀਆਂ ਜਾਂਦੀਆਂ ਕਿਸੇ ਨੂੰ, ਜਿਹੜਾ ਰੱਬ ਵੱਲੋਂ ਬਖਸ਼ਿਸ਼ ਹੁੰਦੀ ਹੈ। ਸੋ ਕਹਿੰਦੇ ਹਨ ਇਸ ਤਰ੍ਹਾਂ ਬਾਬਾ ਨਾਨਕ ਜੀ ਨੇ ਆਪਣੇ ਆਉਣ ਤੋਂ ਪਹਿਲਾਂ ਆਪਣੇ ਪਿਆਰ ਕਰਨ ਵਾਲੇ ਭੇਜੇ। ਆਖੋ ਸਤਨਾਮ। ਇਹ ਗੱਲ ਤੋਂ ਸਮਝੇ ਤੁਸੀਂ? ਮਹਿਤਾ ਕਲਿਆਣ ਚੰਦ ਜੀ ਨੇ ਅਰਦਾਸ ਸੀ ਵੀ ਬੇਟਾ ਹੋਵੇ, ਪਰ ਗੁਰੂ ਨਾਨਕ ਸਾਹਿਬ ਨੇ ਆਪਣੇ ਆਉਣ ਤੋਂ ਪਹਿਲਾਂ ਆਪਣਾ ਪਿਆਰ ਭੇਜਿਆ। ਕਿਉਂਕਿ ਗੁਰੂ ਨਾਨਕ ਦਾ ਇੱਕ ਸੁਨੇਹਾ ਸੀ ਕਿ ਮੈਂ ਅੱਜ ਵੀ ਉੱਥੇ ਜਾਣਾ ਜਿੱਥੇ ਮੈਨੂੰ, ਉੱਚੀ ਬੋਲੋ ਨਾ, ਜਿੱਥੇ ਮੈਨੂੰ ਪਿਆਰ ਮਿਲਦਾ ਹੈ। ਅਤੇ ਆਹ ਸਾਰੀਆਂ ਸੰਗਤਾਂ ਪਿਆਰ 'ਚ ਹੀ ਆਈਆਂ। ਤੁਸੀਂ ਕਿਹੜਾ ਤਨਖਾਹ ਲੈਂਦੇ ਜਾਂ ਕੋਈ ਲਾਲਚ ਪਿਆਰ ਕਰਕੇ ਘਰੋਂ ਤੁਰ ਪੈਂਦੇ ਜੇ ਵੀ ਟਾਈਮ ਹੋ ਗਿਆ। ਤਾਂ ਗੁਰੂ ਨਾਨਕ ਸਾਹਿਬ ਨੇ ਆਉਣਾ ਤਾਂ ਪਹਿਲਾਂ ਵੀ ਆ ਸਕਦੇ ਸੀ, ਪਰ ਮਹਾਰਾਜ ਨੇ ਆਪਣੇ ਤੋਂ ਪਹਿਲਾਂ ਬੇਬੇ ਨੂੰ ਭੇਜਤਾ। ਬੇਬੇ ਦੀ ਕੋਈ ਛੋਟੀ ਉਹ ਭਗਤੀ ਨਹੀਂ ਹੈ। ਮਹਾਰਾਜ ਕਹਿੰਦੇ ਪਹਿਲਾਂ ਉਹ ਤੇ ਭੇਜ ਗਏ ਜਿਨ੍ਹਾਂ ਨੇ ਪਿਆਰ ਕਰਨਾ। ਪਿਆਰ ਦਾ ਭੁੱਖਾ ਹੈ ਗੁਰੂ ਨਾਨਕ ਸਾਹਿਬ। ਇੱਕ ਕਿਸੇ ਪਿਆਰੇ ਨੇ ਸਵਾਲ ਕੀਤਾ, ਕਹਿੰਦੇ ਜੀ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਹੈ? ਆਖੋ ਸਤਨਾਮ। ਵੀ ਜਿੱਦਾਂ ਗੁਰੂ ਅੰਗਦ ਸਾਹਿਬ ਦੇ ਗੁਰੂ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਦੇ ਗੁਰੂ ਅੰਗਦ ਸਾਹਿਬ, ਗੁਰੂ ਰਾਮਦਾਸ ਦੇ ਗੁਰੂ ਅਮਰਦਾਸ, ਤੇ ਗੁਰੂ ਨਾਨਕ ਦਾ ਗੁਰੂ ਕੌਣ ਹੈ? ਤੇ ਜਵਾਬ ਦੇਣ ਵਾਲੇ ਨੇ ਆਖਿਆ ਉਹ ਆਪ ਖੁਦਾ ਸੀ। ਕਹਿੰਦੇ ਨਹੀਂ, ਫਿਰ ਵੀ ਗੁਰ ਚਾਹੀਦਾ। ਬੰਦੇ ਨੇ ਅੱਗੇ ਵਧਣਾ ਹੋਵੇ ਤਾਂ ਉਹਨੂੰ ਗੁਰੂ ਦੀ ਲੋੜ ਪੈਂਦੀ ਹੈ। ਤੇ ਬਾਬੇ ਨਾਨਕ ਦਾ ਗੁਰੂ ਕੌਣ ਸੀ? ਕਹਿਣ ਲੱਗੇ ਸਾਧ ਸੰਗਤ ਜੀ, ਬਾਬੇ ਨਾਨਕ ਦਾ ਗੁਰ ਸੀ ਪ੍ਰੇਮ ਤੇ ਭਗਤੀ। ਮਹਾਰਾਜ ਦੋ ਚੀਜ਼ਾਂ ਨੂੰ ਲੈ ਕੇ ਤੁਰਦੇ ਸੀ, ਜਿੱਧਰ ਵੀ ਜਾਂਦੇ ਸੀ, ਇੱਕ ਭਗਤੀ ਨੂੰ ਤੇ ਇੱਕ ਪਿਆਰ ਨੂੰ। ਇੰਨਾ ਮਿੱਠਾ ਬੋਲਦੇ ਸੀ ਗੁਰੂ ਨਾਨਕ ਸਾਹਿਬ, ਮੋਹ ਕੇ ਲੈ ਜਾਂਦੇ ਸੀ। ਤੇ ਜਦੋਂ ਤੁਰਨ ਲੱਗਦੇ ਸੀ, ਜਿਹੜਾ ਰੋਂਦਾ ਸੀ ਉਹਨੂੰ ਕਹਿੰਦੇ ਭਗਤੀ ਕਰਿਆ ਕਰ। ਤੋ ਇਸ ਕਰਕੇ ਸਾਧ ਸੰਗਤ ਜੀ ਸਾਰੇ ਆਖੋ ਧੰਨ ਧੰਨ ਬੇਬੇ ਨਾਨਕੀ ਜੀਓ। ਭੇਜ ਕੇ ਕਿੰਨੀ ਸੰਗਤ ਭੇਜ ਕੇ ਧੰਨ ਧੰਨ ਬੇਬੇ ਨਾਨਕੀ ਜੀਓ। ਜਿੱਦਾਂ ਕਿਸੇ ਦਾ ਭਰਾ ਜਾਂ ਪਤੀ ਆਫੀਸਰ ਹੋਵੇ ਤੇ ਸਿਫਾਰਿਸ਼ ਪਾਈ ਦੀ ਨਾ ਆਪਾਂ ਵੀ ਉਹਨੇ ਆਪਣੀ ਘਰਵਾਲੀ ਦੀ ਜਾਂ ਭੈਣ ਭਰਾ ਦੀ ਮੰਨਣੀ। ਮੈਂ ਕਹਿੰਦਾ ਜੇ ਬਾਬੇ ਨਾਨਕ ਤੋਂ ਤੁਸੀਂ ਕੋਈ ਵੀ ਕਾਰਜ ਕਰਾਉਣਾ ਨਾ, ਬੇਬੇ ਨਾਨਕੀ ਕੋਲ ਸਿਫਾਰਿਸ਼ ਕਰ ਦਿਆ ਕਰੋ। ਉਦੋਂ ਵੀ ਜਿਨ੍ਹਾਂ ਨੇ ਕਾਰਜ ਕਰਾਉਣੇ ਸੀ ਬੇਬੇ ਕੋ ਆ ਜਾਂਦੇ ਸੀ, ਬੇਬੇ ਤੇਰਾ ਵੀਰ ਖੁਦਾ ਏ, ਸਾਡੀ ਇੰਨੀ ਕੁ ਬੇਨਤੀ ਪ੍ਰਵਾਨ ਕਰਾ ਦੇ। ਤੇ ਸੱਚੀ ਬੇਬੇ ਦਾ ਬੜਾ ਦਿਲ ਸੀ, ਦੂਜਿਆਂ ਲਈ ਮੰਗਦੀ ਰਹੀ, ਆਪਣੇ ਲਈ ਕੁਛ ਨਹੀਂ ਮੰਗਿਆ। ਅੱਜ ਵੀ ਕਈ ਰੂਹਾਂ ਇੱਥੇ ਬੈਠੀਆਂ ਜਿਨ੍ਹਾਂ ਦਾ ਦਿਲ ਇੱਦਾਂ ਦਾ, ਦੂਜਿਆਂ ਨੂੰ ਦੇਈ ਜਾਂਦੇ ਦੂਜਿਆਂ ਨੂੰ। ਬੇਬੇ ਨਾਨਕੀ ਵੀ ਇੱਦਾਂ ਦੀ ਸੀ, ਮੇਰੀ ਮਾਂ ਸਾਰੀ ਦੁਨੀਆ ਨੂੰ ਦਵਾਤਾ, ਨਾਨਕ ਜੀ ਇਹਨੂੰ ਵੀ ਦੇ ਦਿਓ, ਨਾਨਕ ਜੀ ਇਹਨੂੰ ਵੀ ਦੇ ਦਿਓ। ਤੇ ਆਪ ਬੇਬੇ ਨਾਨਕੀ ਦੇ ਘਰ ਕੋਈ ਔਲਾਦ ਨਹੀਂ ਹੋਈ। ਮੰਨਦੇ ਹੋ? ਮਹਾਰਾਜ ਨੇ ਕਿਹਾ ਵੀ ਸੀ, ਬੇਬੇ ਕਹਿੰਦੀ ਨਹੀਂ, ਮੇਰੇ 'ਚ ਜਿੰਨਾ ਪਿਆਰ ਹੈ ਨਾ ਬਾਬਾ ਸਾਰਾ ਤੈਨੂੰ ਹੀ ਕਰਨਾ। ਜੇ ਬੱਚੇ ਆਉਂਦੇ ਪਰਿਵਾਰ ਤੇ ਫਿਰ ਮੋਹ ਉੱਧਰ ਪੈ ਜਾਣਾ ਨਾ, ਪਰ ਮੈਂ ਨਹੀਂ ਚਾਹੁੰਦੀ ਕਿ ਕੋਈ ਤੇਰੇ ਮੇਰੇ 'ਚ ਦੂਜਾ ਆਵੇ। ਮੈਂ ਤੇਰੇ ਤੋਂ ਕੁਰਬਾਨ ਕੁਰਬਾਨ ਕੁਰਬਾਨ। ਇਸੇ ਕਰਕੇ ਤਾਂ ਬਾਬੇ ਨੇ ਆਪ 5 ਸਾਲ ਬਾਅਦ ਆਉਣਾ ਹੈ। ਪਹਿਲਾਂ ਆਪਣੀ ਪਿਆਰੀ ਭੈਣ ਬੇਬੇ ਨਾਨਕੀ ਜੀ ਦਾ ਪ੍ਰਕਾਸ਼ ਹੋਇਆ। ਭਈ ਸੁਸ਼ੀਲਾ ਸਭ ਗੁਣ ਕਾਨੀ, ਮਨੋ ਭਗਤ ਤਰ ਦੇ ਸੁਹਾਨੀ। ਕਿੰਨੇ ਬਹੁਤ ਸੋਹਣਾ ਚਿਹਰਾ ਹੈ ਬੇਬੇ ਨਾਨਕੀ ਜੀ ਦਾ। ਬੜੇ ਗੁਣਾਂ ਦੇ ਮਾਲਕ ਹਨ ਤੇ ਬੜੇ ਪ੍ਰੇਮ ਵਾਲੀ ਸੂਰਤ ਹਨ ਬੇਬੇ ਨਾਨਕੀ ਜੀ। ਆਲਮ ਜੀਤ ਪਇਓ ਬਸ ਜਾਤਾ, ਕਾਲੂ ਰਤ ਲਖ ਕਰ ਜਗ ਦਾਤਾ। ਇਹ 'ਚ ਕੋਈ ਸ਼ੱਕ ਨਹੀਂ ਸਾਧ ਸੰਗਤ। ਇੱਕ ਵਾਰ ਨਾ 2 ਸਾਲ ਪਹਿਲਾਂ ਮੈਂ ਫੁਰਨਾ ਬਣਾਇਆ। ਮੈਂ ਕਿਹਾ ਸਤਿਗੁਰੂ ਬੜੀਆਂ ਥਾਵਾਂ 'ਤੇ ਕਥਾ ਕੀਤੀ ਤੇਰੇ ਸ਼ਹਿਰ 'ਚ, ਸ਼ੇਰਾ ਸਾਹਿਬ ਵੀ, ਗੁਰੂ ਕੇ ਬਾਗ ਵੀ, ਸੰਤ ਘਾਟ ਵੀ, ਪਰ ਬੇਬੇ ਤੇਰੇ ਕੋ ਨਹੀਂ ਕਦੇ ਕੀਤੀ। ਆਖੋ ਸਤਨਾਮ। ਤੂੰ ਸੱਚ ਜਾਣਿਓ, ਇਹ ਕਰ ਕਰੇ ਸਵਹਿ ਕਰ ਪਾਏ। ਥੋੜ੍ਹੇ ਸਮੇਂ 'ਚ ਬੇਬੇ ਜੀ ਦਾ ਪ੍ਰਕਾਸ਼ ਦਿਹਾੜਾ ਸੀ।
तो वो इदां मिलाप होया। तो लंघ रहे सी ਜਿਹੜੇ ਉੱਥੋਂ ਦੇ ਪ੍ਰਬੰਧਕ, ਤੇ ਮੈਂ ਮਾਤਾ ਦਮੋਦਰੀ ਸਾਹਿਬ ਦੇ ਗੇਟ ਅੱਗੇ ਖੜੋਤਾ, ਤੇ ਸਾਦੇ ਜਿਹੇ ਕੱਪੜੇ ਪਾਏ, ਤੇ ਕਹਿਣ ਲੱਗੇ ਜੀ ਇੱਥੇ ਭਾਈ ਸਾਹਿਬ ਜਿਹੜੇ ਵਿਚਾਰ ਕਰਦੇ ਉਹਨਾਂ ਨੂੰ ਮਿਲਣਾ। ਮੈਂ ਕਿਹਾ ਜੀ ਸਾਰੇ ਹੀ ਕਰ ਲੈਂਦੇ, 4-5 ਸਿੰਘ ਕਰਦੇ, ਇੱਥੇ ਕਿਹਨਾਂ ਨੂੰ ਮਿਲਣਾ ਤੁਸੀਂ? ਤੇ ਫਿਰ ਉਹਨਾਂ ਦਾਸ ਦਾ ਨਾਂ ਲਿਆ, ਕਹਿੰਦੇ ਜੀ ਉਹਨਾਂ ਨੂੰ ਮਿਲਣਾ। ਮੈਂ ਕਿਹਾ ਮੈਂ ਹੀ ਆਖੋ ਸਤਨਾਮ। ਕਹਿੰਦੇ ਜੀ ਅੱਛਾ ਤੁਸੀਂ ਹੈ। ਕਿਉਂਕਿ ਸਮਾਂ ਨਾ ਅੱਜ ਕੱਲ੍ਹ ਸੋਹਣੇ ਕੱਪੜੇ ਹੋਣ, ਪੱਗ ਦੂਜੀ ਹੋਵੇ ਤਾਂ ਪਤਾ ਲੱਗਦਾ ਵੀ ਕਥਾਵਾਚਕ ਹੈ, ਤਾਂ ਜਦੋਂ ਪਰਨਾ ਬੱਧਾ ਹੋਵੇ ਸਦਾ ਸਾਹਿਬ ਦਾ ਪਤਾ ਲੱਗਣਾ ਔਖਾ ਹੋ ਜਾਂਦਾ। ਵਰਦੀ ਇੱਕ ਗੁਰੂ ਸਾਹਿਬ ਦੀ ਨਾ ਇਹ। ਤੋ ਉਸ ਵੇਲੇ ਕਹਿੰਦੇ ਜੀ ਇਸ ਵਾਰੀ ਤੁਸੀਂ ਪਹੁੰਚੇ ਹੋ ਤਾਂ ਮਨ ਭਰ ਗਿਆ, ਬੜਾ ਵਿਰਾਗ ਆਇਆ। ਬੇਬੇ ਇੰਨੀ ਛੇਤੀ ਸੁਣ ਲਈ, ਆਖੋ ਸਤਨਾਮ। ਸੋ 3 ਦੀਵਾਨ ਸੀ, ਫਿਰ 2 ਰਾਤਾਂ ਤੇ 1 ਭੋਗ ਬੇਬੇ ਨਾਨਕੀ ਦੀ ਗੋਦੀ 'ਚ ਬਹਿ ਕੇ ਆਨੰਦ ਲਿਆ। ਸੋ ਬੇਬੇ ਦੇ ਘਰ ਵੀ ਜਾਇਆ ਕਰੋ ਭੈਣੋ ਵੀਰੋ, ਜਦੋਂ ਸੁਲਤਾਨਪੁਰ ਜਾਂਦੇ ਹੁੰਦੇ ਨਾ, ਕਈਆਂ ਨੇ ਮੇਰੇ ਖਿਆਲ ਅਜੇ ਤਾਈਂ ਬੇਬੇ ਦੇ ਘਰ ਗਏ ਨਹੀਂ ਹੋਣੇ, ਨਹੀਂ ਨਾ ਗਏ, ਜਾਇਓ ਜ਼ਰੂਰ ਹੈ, ਜ਼ਿੰਦਗੀ ਦਾ ਕੋਈ ਪਤਾ ਨਹੀਂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਦਇਆ, ਬੇਬੇ ਦੇ ਘਰ ਜ਼ਰੂਰ ਜਾ ਕੇ ਆਇਓ। ਤੋ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ। 2 ਸਥਾਨ ਹੈ ਬੇਬੇ ਦਾ ਘਰ ਹੋਰ ਜੇ, ਇੱਕ ਬਾਹਰ ਗੁਰਦੁਆਰਾ ਸਾਹਿਬ ਉਹ ਟਰਸਟ ਹੈ, ਅੰਦਰ ਹੈ ਬਾਜ਼ਾਰ ਦੇ ਵਿੱਚ ਬੇਬੇ ਦਾ ਘਰ, ਇਹ ਵੀ ਚੇਤਾ ਰੱਖ ਲੈਣਾ। ਤੋ ਇਸ ਕਰਕੇ ਬੇਬੇ ਨਾਨਕੀ ਜੀ ਪਹਿਲਾਂ ਮੇਰੇ ਪਿਆਰੇ ਦੀ ਮੁਹੱਬਤ ਦਾ ਤਿਆਰੀ ਕਰਨ ਵਾਸਤੇ ਪਹੁੰਚ ਗਏ ਧਰਤੀ ਤੇ। ਹੋਵੇ ਪੁੱਤਰ ਕਾਸ ਮੈਂ ਜਾਈ, ਅਸ ਵਿਚਾਰ ਆਏ ਜਗ ਰਾਈ। ਔਰ ਉਸ ਵੇਲੇ ਕਹਿੰਦੇ ਹਨ ਕਿ ਬੇਬੇ ਨਾਨਕੀ ਜੀ ਨੇ ਫਿਰ ਜਦੋਂ ਸੁਰਤ ਸੰਭਾਲੀ ਤੇ ਸਾਰੀਆਂ ਭੈਣਾਂ ਨੇ ਖੇਡਣਾ ਬਾਹਰ, ਤੇ ਬੇਬੇ ਨਾਨਕੀ ਵੀ ਬਹੁਤ ਕਿਸੇ ਖੁਮਾਰੀ 'ਚ ਰਹਿੰਦੇ ਸਨ। ਤੇ ਕਈ ਵਾਰੀ ਕਿਸੇ ਨੇ ਛੇੜ ਵੀ ਦੇਣਾ, ਕਿਉਂਕਿ ਦੁਨੀਆ ਬੜੀ ਸੜੀ ਬਲੀ ਹੈ। ਬਾਬਾ ਬੜਾ ਗੱਲ ਨਾਲ ਲਾਉਂਦਾ, ਮੈਂ ਤਾਂ ਕਹਿੰਦਾ ਹੁੰਦਾ ਦੁਨੀਆ ਨਹੀਂ ਹਟਦੀ। ਅੱਜ ਵੀ ਕਿਸੇ ਨੇ ਬੇਬੇ ਨੂੰ ਕਹਿ ਦੇਣਾ ਤੂੰ ਨਹੀਂ ਸਾਡੇ ਨਾਲ ਖੇਡਣਾ, ਤੇਰਾ ਕਿਹੜਾ ਵੀਰ ਹੈਗਾ। ਇਹ ਬੇਬੇ ਨੇ ਹੱਸ ਕੇ ਕਹਿ ਦੇਣਾ ਜਿੱਦਣ ਮੇਰਾ ਵੀਰ ਆ ਗਿਆ ਦੁਨੀਆ ਝੁਕ ਝੁਕ ਕੇ ਸਲਾਮਾਂ ਕਰੂਗੀ। ਤੋ ਇਸ ਕਰਕੇ ਦੁਨਿਆਵੀ ਦੁਨੀਆ 'ਚ ਕਈ ਵਾਰੀ ਦਿਲ ਨਹੀਂ ਹਲਕਾ ਕਰਨਾ, ਇਹ ਆਪਣਾ ਇਕੱਲਿਆਂ ਦਾ ਸਫ਼ਰ ਹੈ। ਇਹ ਤਾਂ ਇੱਕ ਲੋਕਾਂ ਦੀਆਂ ਗੱਲਾਂ ਹੁੰਦੀਆਂ ਏ ਜੀ, ਇਹ ਤਾਂ ਇਹਨਾਂ ਦਾ ਕੋਈ ਹੈ ਨਹੀਂ ਇੱਦਾਂ, ਤਾਂ ਇਹ ਚੀਜ਼ ਵੱਲ ਨਹੀਂ ਲੈਣਾ। ਹੁਣ ਕਈ ਇਨਸਾਨ ਇੱਦਾਂ ਦੇ ਵੀ ਹੈਗੇ ਜਿਨ੍ਹਾਂ ਦੇ ਧੀ ਵੀ ਨਹੀਂ ਹੈ, ਅਤੇ ਕਈ ਲੋਕ ਬੜਾ ਨਫ਼ਰਤ ਕਰਦੇ ਜੀ ਇਹ ਔਂਤਰੇ ਹੈ ਨਾ, ਮਾਫ਼ ਕਰਿਓ ਦਿਲ 'ਤੇ ਨਾ ਲਾਇਓ, ਇਹ ਜੀ ਔਂਤਰੇ ਹੈ, ਇਹਨਾਂ ਦੇ ਮੱਥੇ ਲੱਗੇ ਅੱਜ ਆਪਣਾ ਕੰਮ ਨਹੀਂ ਹੋਣਾ, ਅੱਜ ਆਪਣਾ ਦਿਨ ਖਰਾਬ ਹੋਣਾ। ਜੇ ਇਹ ਸ਼ਬਦ ਵਰਤਦੇ ਹੋ ਵੀ ਜਿਹਦੇ ਬੱਚਾ ਕੋਈ ਨਹੀਂ ਔਂਤਰਾ ਏ, ਫਿਰ ਮੇਰੀ ਬੇਬੇ ਨੂੰ ਕੀ ਕਹੋਗੇ, ਬੇਬੇ ਨਾਨਕੀ ਨੂੰ ਕੀ ਕਹੋਗੇ? ਉਹ ਪਿਆਰੇ ਉਹਦੇ ਵਰਗਾ ਤੇ ਕੋਈ ਸੁਹਾਗਣੀ ਨਹੀਂ ਹੈ, ਉਹਦੇ ਵਰਗੇ ਤਾਂ ਕੋਈ ਕਰਮ ਕੀਤੇ ਹੀ ਨਹੀਂ ਕਿਸੇ ਦੇ। ਇਹ ਕਾਰਨ ਤਾਂ ਹੀ ਰੱਖਿਆ ਸੀ ਬੇਬੇ ਨੇ ਵੀ ਕਿਤੇ ਆਉਣ ਵਾਲੇ ਮੇਰੀਆਂ ਧੀਆਂ ਬੱਚੀਆਂ ਨੂੰ ਕੋਈ ਕਾਰਨ ਬਣੇ ਵੀ ਔਲਾਦ ਨਾ ਮਿਲੇ ਤੇ ਕਿਤੇ ਰੋ ਰੋ ਕੇ ਨਾ ਮੁੱਕ ਜਿਓ। ਥੋੜ੍ਹਾ ਜਿਹਾ ਹੌਸਲਾ ਕਰਿਓ ਬੇਬੇ ਵੱਲ ਵੇਖ ਕੇ। ਇਸ ਕਰਕੇ ਗੁਰੂ ਗੋਬਿੰਦ ਸਿੰਘ ਨੇ 4 ਪੁੱਤ ਵਾਰੇ ਵੀ ਕਈਆਂ ਦਾ ਇਕੱਲਾ ਇਕੱਲਾ ਪੁੱਤ ਮਰ ਜਾਂਦਾ। ਇਕਣਾ ਦੇ ਕਰ ਪੁੱਤ ਉਹਨਾਂ ਦੇ ਪੋਤਰੇ, ਇਕਣਾ ਦੇ ਕਰ ਧੀਆਂ ਉਹਨਾਂ ਦੇ ਦੋਤਰੇ, ਇਕਣਾ ਦਾ ਇੱਕੋ ਇੱਕ ਤੇ ਉਹ ਵੀ ਜਾਏ ਮਰ, ਕੌਣ ਆਖੇ ਸਾਹਿਬਾਂ ਇੰਝ ਨਹੀਂ। ਤਾਂ ਗੁਰੂ ਸਾਹਿਬ ਨੇ 4 ਵਾਰ ਤੇ ਚੌਂ ਦੇ ਉੱਤੇ ਖੱਫਨ ਨਹੀਂ ਪਾਇਆ ਵੀ ਕਿਤੇ ਮੇਰੇ ਸਿੱਖ ਕੌਮ ਦੇ ਵਿੱਚ ਮੇਰੇ ਸਿੰਘ ਸਿੰਘਣੀਆਂ ਇਹ ਨਾ ਸੋਚਣ ਸਾਡੇ ਪੁੱਤ ਹੈ ਨਹੀਂ ਖਰੇ ਅਸੀਂ ਸਖਣੇ ਸਗੋਂ ਜਕਾਰੇ ਛੱਡਣ। ਚੜ੍ਹਦੀ ਕਲਾ ਦੇ ਕੇ ਗਏ ਮੇਰੇ ਗੁਰੂ ਸਾਹਿਬ ਜੀ। ਮਾਛੀਵਾੜੇ ਕੰਡਿਆਂ 'ਤੇ ਪੈ ਕੇ ਕਾਹਤੋਂ ਗੀਤ ਗਾਏ ਵੀ ਕਈ ਵਾਰੀ ਘਰਾਂ 'ਚ ਇੱਦਾਂ ਦੀਆਂ ਪ੍ਰੋਬਲਮ ਹੁੰਦੀਆਂ, ਬੰਦਾ ਕਹਿੰਦਾ ਮੈਂ ਮਾਰੀ ਜਾਣਾ, ਪਰ ਗੁਰੂ ਸਾਹਿਬ ਦਾ ਇਤਿਹਾਸ ਜਦੋਂ ਸਾਹਮਣੇ ਆਉਂਦਾ ਮਾਰੇ ਕਹਿੰਦੇ ਵੇਖਿਓ ਕਿਤੇ ਪੈਰਾਂ 'ਚ ਜੋੜਾ ਨਹੀਂ, ਨੀਲਾ ਘੋੜਾ ਨਹੀਂ, ਹੱਥ ਵਿੱਚ ਬਾਜ ਨਹੀਂ, ਸਿਰ 'ਤੇ ਤਾਜ ਨਹੀਂ, ਕੰਡਿਆਂ 'ਤੇ ਆਸਣ ਲਾ ਕੇ ਸਤਿਗੁਰੂ ਮਹਾਰਾਜ ਕਹਿੰਦੇ ਗੀਤ ਗਾਉਂਦੇ ਰਹਿ ਗੀਤ। ਤੋ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਬੇਬੇ ਜੀ ਨੂੰ ਕਈ ਭੈਣਾਂ ਭਜਾ ਦਿੰਦੀਆਂ ਅਸੀਂ ਨਹੀਂ ਤੈਨੂੰ ਖਿਡਾਉਣਾ, ਤੇਰਾ ਕਿਹੜਾ ਵੀਰ ਹੈ। ਤਾਂ ਬੇਬੇ ਜੀ ਪਰਵਾਹ ਨਹੀਂ ਕਰਦੇ, ਹੱਸਦੇ ਸਨ। ਗਰਭ ਕੋ ਧਾਰਨ ਕੀਨਾ, ਪਤ ਪ੍ਰਤ ਧਰਮ ਜਾਸ ਮਨ ਲੀਨਾ। ਕਹਿੰਦੇ ਫਿਰ 5 ਸਾਲ ਬਾਅਦ ਫਿਰ ਮਾਤਾ ਤ੍ਰਿਵਤਾ ਜੀ ਦੀ ਕੁੱਖ ਦੇ ਉੱਤੇ ਗਰਭ ਧਾਰਨ ਹੋਇਆ ਹੈ। ਕਵੀ ਰਾਜ ਜੀ ਕਹਿੰਦੇ ਹੈ ਵੀ ਇਸ ਵਾਰ ਇੱਕ ਵੱਖਰੀ ਜੀ ਕਸ਼ਿਸ਼ ਮਿਲੀ ਹੈ। ਸਾਰੇ ਘਰ ਵਾਲੇ ਵੀ ਨਗਰ ਵਾਲੇ ਵੀ ਹੈਰਾਨ ਹੈ ਕਿ ਅੱਗੇ ਵੀ ਮਾਤਾ ਤ੍ਰਿਵਤਾ ਉਹੋ ਹੀ ਸੀ, ਪਰ ਇਸ ਵਾਰ
ਵੈਸੇ ਮਾਫੀ ਚਾਹੁੰਦੇ, ਮੈਂ ਮੇਰੀ ਮਜਬੂਰੀ, ਮੈਂ ਵਿਚਾਰ ਕਰਦਾ, ਕੋਈ ਨੈਗੇਟਿਵ ਨਾ ਲੈ ਜਿਓ। ਜਦੋਂ ਵੀ ਮਾਤਾ ਦੇ ਪੇਟ ਵਿੱਚ ਬੱਚੇ ਨੇ ਆਉਣਾ ਹੁੰਦਾ ਹੈ ਤੇ ਉਹ ਮਾਂ ਦਾ ਚਿਹਰਾ ਜਿਹੜਾ ਨਾ ਥੋੜ੍ਹਾ ਜਿਹਾ ਵਿਗੜ ਜਾਂਦਾ, ਚਿਹਰਾ ਖਰਾਬ ਹੋ ਜਾਂਦਾ, ਪਹਿਲਾਂ ਵਰਗਾ ਸਾਫ਼ ਨਹੀਂ ਰਹਿੰਦਾ। ਤੁਸੀਂ ਮੇਰੇ ਨਾਲ ਵੱਧ ਸਿਆਣੇ ਹੋ, ਛਾਈਆਂ ਪੈ ਜਾਂਦੀਆਂ, ਕਮਜ਼ੋਰੀ ਆ ਜਾਂਦੀ ਹੈ। ਪਰ ਇੱਥੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਤਿਹ ਸਮ ਗਰਭ ਰੂਪ ਸੁਖ ਕੰਦੂ, ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਮਾਟੀ ਦੇ ਭਾਂਡੇ ਨੇ ਤਿਆਰ ਹੋਣਾ ਹੈ ਤੇ ਮਾਤਾ ਜੀ ਦਾ ਚਿਹਰਾ ਦੁੱਗਣਾ ਚੌਗਣਾ ਸੁੰਦਰ ਹੋ ਗਿਆ। ਆਖੋ ਸਤਿਨਾਮ। ਬਹੁਤ ਜ਼ਿਆਦਾ ਸੁੰਦਰ ਚਿਹਰਾ ਹੈ ਮਾਤਾ ਜੀ, ਮਾਤਾ ਤ੍ਰਿਪਤਾ ਜੀ ਦਾ, ਜਿਵੇਂ ਫੁੱਲ ਖਿੜਿਆ ਹੁੰਦਾ ਕਮਲ ਦਾ, ਲਾਲ ਸੁਰਖ ਚਿਹਰਾ। ਸਾਰੇ ਹੈਰਾਨ ਹਨ ਕਿ ਸਾਰੀਆਂ ਮਾਤਾਵਾਂ ਦੇ ਚਿਹਰੇ ਫਿੱਕੇ ਪੈ ਜਾਂਦੇ ਹਨ। ਸਰੀਰ ਜਿਹੜਾ ਉਹਨੂੰ ਕਾਫੀ ਫਰਕ ਪੈਂਦਾ ਹੈ ਪ੍ਰਸੂਤ ਦੀ ਪੀੜਾ ਦੇ ਨਾਲ, ਪਰ ਮਾਤਾ ਜੀ ਦਾ ਚਿਹਰਾ ਦੁੱਗਣਾ ਚੌਗਣਾ ਚਮਕਣ ਲੱਗ ਪਿਆ। ਕਹਿੰਦੇ ਫਿਰ ਐਸੀ ਭਾਵਨਾ ਬਣੀ ਮਾਤਾ ਤ੍ਰਿਪਤਾ ਦੀ, ਪਟਵਾਰੀ ਦੇ ਘਰ ਵਾਲੀ ਸੀ। ਆਖੋ ਵਾਹਿਗੁਰੂ। ਇੱਦਾਂ ਹੀ ਹੁੰਦਾ ਨਾ, ਫੌਜੀ ਦੇ ਘਰ ਵਾਲੀ ਫੌਜਣ ਹੁੰਦੀ ਹੈ, ਜੱਜ ਦੇ ਘਰ ਵਾਲੀ ਨੂੰ ਵੀ ਮਾਣ ਹੁੰਦਾ ਹੈ। ਇਸੇ ਤਰ੍ਹਾਂ ਇਹ ਦੁਨਿਆਵੀ ਗੱਲ ਹੈ, ਪੁਲਿਸ ਵਾਲੇ ਦੀ ਪਤਨੀ ਨੂੰ ਮਾਣ ਹੁੰਦਾ ਹੈ। ਤੋ ਇਸ ਕਰਕੇ ਪਟਵਾਰੀ ਸਾਹਿਬ ਦੀ ਪਤਨੀ ਹੈ ਮਾਤਾ ਤ੍ਰਿਪਤਾ, ਤੇ ਬੜੀ ਕਿਰਪਾ ਸੀ, ਮਾਇਆ ਦੇ ਖੁੱਲ੍ਹੇ ਗੱਫੇ ਸੀ। ਤੇ ਕਵੀ ਜੀ ਕਹਿੰਦੇ ਵੀ ਇੱਦਾਂ ਦੀ ਪਤਾ ਨਹੀਂ ਖੇਡ ਵਰਤੀ ਕਿ ਮਾਤਾ ਤ੍ਰਿਪਤਾ ਜੀ ਦੇ ਗੁੱਟ ਭਰੇ ਸੀ ਸੋਨੇ ਦੇ ਗਹਿਣਿਆਂ ਨਾਲ, ਮਾਤਾ ਜੀ ਨੇ ਸਾਰੇ ਹੀ ਉਤਾਰ ਦਿੱਤੇ। ਆਖੋ ਸਤਿਨਾਮ। ਕੰਨਾਂ ਦੇ ਵਿੱਚ ਗਹਿਣਾ, ਕਿਉਂਕਿ ਪਹਿਲੇ ਬਹੁਤ ਮੋਟੇ ਮੋਟੇ ਪਾਉਂਦੇ ਸੀ ਗਹਿਣੇ, ਗਲ ਦੇ ਵਿੱਚ ਕੈਂਠਾ ਬੜਾ ਮੋਟਾ ਮਹਿੰਗਾ ਪਾਉਣਾ। ਤੋ ਕਵੀ ਜੀ ਕਹਿੰਦੇ ਜਿੰਨਾ ਵੀ ਗਹਿਣਾ ਸੀ ਪਿੱਛੋਂ ਮਿਲਿਆ ਪੇਕਿਆਂ ਦੇ, ਇੱਧਰੋਂ ਪਟਵਾਰੀ ਸਾਹਿਬ ਨੇ ਬਣਾਤਾ। ਕਹਿੰਦੇ ਐਸੀ ਖੇਡ ਵਰਤੀ, ਖੇਡ ਵਰਤਣੀ ਸੀ, ਕਿਉਂਕਿ ਸੰਗਤੇ ਅੱਜ ਵੀ ਜਿਹੜੀਆਂ ਸੰਗਤਾਂ ਗੁਰੂ ਨਾਨਕ ਨਾਲ ਜੁੜ ਜਾਂਦੀਆਂ ਉਹ ਨਕਲੀ ਗਹਿਣਿਆਂ ਤੋਂ ਆਪਣਾ ਚਿੱਤ ਪਾਸੇ ਕਰ ਲੈਂਦੀਆਂ। ਤੇ ਜਿਹੜੇ ਲਾਲਚ ਵਿੱਚ ਹੈ ਉਹ ਤੇ ਭਾਵੇਂ ਲੜਕੀ ਵਿਚਾਰੀ ਮਰ ਜਾਵੇ, ਉਹਨਾਂ ਕਲੇ ਪਾਈ ਜਾਣੀ, ਤੂੰ ਲਿਆਈ ਕੁਝ ਨਹੀਂ, ਤੇਰਿਆਂ ਨੇ ਦਿੱਤਾ ਕੁਝ ਨਹੀਂ, ਸਾਡਾ ਨੱਕ ਵਢਾਤਾ। ਇੱਦਾਂ ਬੱਚੀਆਂ ਕਈ ਬੜੀਆਂ ਤੰਗ ਘਰਾਂ 'ਚ, ਉਹ ਰੋਈ ਜਾਂਦੇ ਸੋਨੇ ਕੰਗਣਾ ਕੜਿਆਂ ਨੂੰ। ਬੱਚੀ ਨਹੀਂ ਵੇਖਣਾ ਵੀ ਕਿੰਨੀ ਪੜ੍ਹੀ, ਕਿੰਨੀ ਪਿਆਰ ਵਾਲੀ ਰੂਹ ਹੈ, ਉਹਨਾਂ ਨੂੰ ਤਾਂ ਭੁੱਖ ਹੀ ਨਹੀਂ ਪੂਰੀ ਹੁੰਦੀ। ਅਤੇ ਕਈ ਫਿਰ ਵਿਚਾਰੀਆਂ ਆਪਣੀ ਆਤਮ ਹੱਤਿਆ ਵੀ ਕਰ ਜਾਂਦੀਆਂ, ਕਿੱਦਾਂ ਪਲ ਕੇ ਪੜ੍ਹਾ ਕੇ ਕਿੰਨਾ ਕੁਝ ਲੈ ਕੇ, ਕਈ ਵਿਚਾਰੀਆਂ ਮੁੱਕ ਗਈਆਂ। ਆਖੋ ਸਤਿਨਾਮ। ਇਸ ਕਰਕੇ ਬਾਬੇ ਨਾਨਕ ਨੂੰ ਪਤਾ ਸੀ ਲੋਕੀ ਲਾਲਚੀ ਨੇ। ਮੇਰੇ ਬਾਬੇ ਦੀ ਮਾਤਾ ਤ੍ਰਿਪਤਾ ਨੇ ਜਦੋਂ ਗੁਰੂ ਨਾਨਕ ਦਾ ਸੁਨੇਹਾ ਆਇਆ ਤੇ ਸਾਰੇ ਗਹਿਣੇ ਉਤਾਰ ਦਿੱਤੇ। ਤੇ ਕਵੀ ਜੀ ਕਹਿੰਦੇ ਬਹੁਤ ਸਾਦਾ ਜਿਹਾ ਜੀਵਨ ਜੀਂਦੇ ਹਨ। ਕਹਿੰਦੇ ਇਸ ਕਰਕੇ ਮਾਤਾ ਜੀ ਜਿਹੜੇ ਅੰਦਰ ਵੀ ਜਾ ਕੇ ਬੈਠਦੇ ਇੱਦਾਂ ਲੱਗਦਾ ਜਿਵੇਂ ਅੰਦਰ ਨੂੰ ਭਾਗ ਲੱਗ ਗਏ ਹੁੰਦੇ ਹੈ। ਅੱਜ ਵੀ ਕਈ ਰੂਹਾਂ ਇੱਦਾਂ ਦੀਆਂ ਹੁੰਦੀਆਂ, ਉਹ ਕਿਤੇ ਘਰ 'ਚ ਆ ਜਾਣ ਤਾਂ ਐਂ ਲੱਗਦਾ ਜਿਵੇਂ ਰੌਣਕ ਹੀ ਆ ਗਈ ਹੈ। ਅਤੇ ਕਈ ਮੇਰੇ ਵਰਗੇ ਇੱਦਾਂ ਦੇ ਹੁੰਦੇ, ਉਹ ਜਦੋਂ ਘਰ 'ਚ ਆ ਜਾਣ ਤਾਂ ਐਂ ਲੱਗਦਾ ਕਲੇ ਹੀ ਆ ਗਈ। ਆਖੋ ਸਤਿਨਾਮ। ਕਈਆਂ ਦਾ ਔਰਾ ਹੁੰਦਾ ਆਪੋ ਆਪਣਾ। ਕਈ ਰੂਹਾਂ ਐਡੀਆਂ ਕਮਾਲ ਦੀਆਂ, ਉੱਤੇ ਤੁਹਾਨੂੰ ਮਿਲ ਹੀ ਪੈਣ ਨਾ ਸਵੇਰੇ ਸਵੇਰੇ, ਤੁਹਾਡਾ ਸਾਰਾ ਦਿਨ ਬੜਾ ਸੋਹਣਾ। ਅਤੇ ਕਈ ਇੱਦਾਂ ਦੇ ਹੁੰਦੇ ਸਵੇਰੇ ਮਿਲ ਪੈਣ ਸਾਰਾ ਦਿਨ ਬੰਦਾ ਰੋਂਦੇ ਹੀ ਲੰਘਾਉਂਦਾ। ਔਰਾ ਹੁੰਦਾ, ਤਾਂ ਕਰਕੇ ਬਾਣੀ 'ਚ ਲਿਖਿਆ ਕਬੀਰ ਸਾਖਤ ਸੰਗ ਨਾ ਕੀਜੀਐ ਦੂਰੈ ਜਾਈਐ। ਕਹਿੰਦੇ ਜਿਹੜਾ ਭਗਤੀ ਤੋਂ ਹੀਣਾ ਅਤੇ ਸੜੇ ਮੱਥੇ ਵਾਲਾ ਬੰਦਾ ਆਉਂਦਾ ਵੇਖੋ ਅਤੇ ਉਹਨੂੰ ਵੇਖ ਕੇ ਭਾਜੋ, ਲੁਕ ਜੋ ਉਹਨੂੰ ਵੇਖ ਕੇ, ਉਹਨੇ ਤੁਹਾਨੂੰ ਵੀ ਸਾੜ ਦੇਣਾ ਹੈ। ਤੋ ਇਸ ਕਰਕੇ ਕਹਿੰਦੇ ਮਾਤਾ ਤ੍ਰਿਪਤਾ ਜੀ ਨੂੰ ਇੰਨਾ ਕੁ ਰੰਗ ਚੜ੍ਹ ਗਿਆ ਵੀ ਜਿੱਥੇ ਜਾਂਦੇ ਉੱਥੇ ਰੌਣਕ ਲੱਗ ਜਾਂਦੀ ਹੈ। ਹੋਰ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਸਮਾਂ ਨੇੜੇ ਹੋਇਆ ਹੈ। ਕੋਈ ਸੁਨੇਹੇ ਆ ਰਹੇ ਨੇ, ਐਂ ਲੱਗ ਰਿਹਾ ਜਿਵੇਂ ਸਾਰਾ ਸਮਾਨ ਹੀ ਬਹੁਤ ਸੁੰਦਰ ਹੋ ਗਿਆ ਹੈ। ਤੇ ਕਵੀ ਸੰਤੋਖ ਸਿੰਘ ਕਹਿੰਦੇ ਜਿਹਦੀ ਕੁੱਖ ਦੇ ਵਿੱਚ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਸਾਰ ਸੰਭਾਲੈ ਨਿਤ ਪ੍ਰਤਮਾਲੈ ਇੱਕ ਗੁਣ ਨਹੀਂ ਮੂਰਖ। ਕਹਿੰਦੇ ਜਿਨ੍ਹਾਂ ਦੀ ਕੁੱਖ ਵਿੱਚ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਆ ਗਿਆ ਹੋਵੇ ਤੇ ਉਹ ਮਾਤਾ ਜਿੱਧਰ ਜਾਵੇ ਉਧਰ ਰੌਸ਼ਨੀ ਕਿਉਂ ਨਾ ਹੋਵੇ। ਕਹਿੰਦੇ ਮਾਤਾ ਦਾ ਚਿਹਰਾ ਇੰਨਾ ਕੁ ਸੁੰਦਰ ਹੋ ਗਿਆ ਵੀ ਹਨੇਰੇ ਵਾਲੇ ਕਮਰੇ 'ਚ ਜਾ ਕੇ ਬਹਿੰਦੇ ਤੇ ਕਮਰਾ ਚਾਨਣ ਨਾਲ ਭਰ ਜਾਂਦਾ ਹੈ। ਕੋ ਸਤਨਾਮ।
ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਦੇ ਦਾਤੇ ਹਨ। ਚੌਪਈ ਜਾਂਦਨ ਤੇ ਆਏ ਜਗ ਸੁਆਮੀ, ਪਏ ਸਰਣਪੁਰ ਮੈਂ ਜੇ ਬਾਬੀ। ਕਹਿੰਦੇ ਜਦੋਂ ਨੇੜਾ ਹੁੰਦਾ ਗਿਆ ਸਮਾਂ ਸਤਿਗੁਰੂ ਦੇ ਆਗਮਨ ਦਾ, ਤੇ ਜਿਹੜੇ ਵਿਅਕਤੀ ਕਹਿੰਦੇ ਵਿੰਗੇ ਰਹਿੰਦੇ ਸੀ ਨਾ, ਆਖੋ ਵਾਹਿਗੁਰੂ। ਵਿੰਗੇ ਉੱਦਾਂ ਨਹੀਂ ਵੀ ਲੱਤ ਬਾਂਹ ਵਿੰਗੀ, ਅੰਦਰੋਂ ਵਿੰਗੇ ਹੁੰਦੇ ਕਈ ਵਿਅਕਤੀ। ਵਿੰਗੇ ਦਾ ਭਾਵ ਹੁੰਦਾ ਵੀ ਉਹਨਾਂ ਕਦੇ ਸਿੱਧਾ ਨਹੀਂ ਬੋਲਣਾ, ਕਦੇ ਉਹਨਾਂ ਨੂੰ ਚੰਗੀ ਗੱਲ ਨਹੀਂ ਆਉਣੀ, ਵੀ 24 ਘੰਟੇ ਪੁੱਠੀਆਂ ਗੱਲਾਂ ਹੀ ਆਉਣੀਆਂ। ਇੱਦਾਂ ਦੇ ਬੰਦੇ ਵੀ ਹੁੰਦੇ ਆ। ਤੋ ਕਵੀ ਜੀ ਕਹਿੰਦੇ ਵੀ ਰੱਬ ਦੀ ਇੰਨੀ ਕੁ ਰਹਿਮਤ ਹੋਈ ਕਿ ਤਲਵੰਡੀ ਦੇ ਵਿੱਚ ਜਿਹੜੇ ਵਿੰਗੇ ਬੰਦੇ ਸੀ ਨਾ, ਵਿੰਗੇ, ਆਖੋ ਵਾਹਿਗੁਰੂ। ਆਪਾਂ ਆਮ ਹੀ ਸ਼ਬਦ ਵਰਤੀ ਦਾ ਨਾ ਵੀ ਇਹ ਤੈਨੂੰ ਬੁਲਾਉਂਦੇ ਨਹੀਂ ਭਾਈ ਸਾਹਿਬ, ਅਤੇ ਆਪਾਂ ਕਹਿੰਦਾ ਇਹ ਮੇਰੇ ਨਾਲ ਥੋੜ੍ਹਾ ਜਿਹਾ ਵਿੰਗਾ ਹੋ ਗਿਆ, ਹੈ ਨਾ, ਪੰਜਾਬੀ ਦਾ ਸ਼ਬਦ ਹੈ ਵੀ ਮੇਰੇ ਨਾਲ ਥੋੜ੍ਹਾ ਜਿਹਾ ਅੰਦਰੋਂ ਲੱਗਣ ਲੱਗ ਪਿਆ। ਤੋ ਕਹਿੰਦੇ ਹਨ ਕਿ ਬਾਬਾ ਨਾਨਕ ਜੀ ਸੱਚੇ ਪਾਤਸ਼ਾਹ ਦਾ ਆਉਣ ਦਾ ਸਮਾਂ ਨੇੜੇ, ਜਿਹੜੇ ਤਲਵੰਡੀ ਵਿੱਚ ਵਿੰਗੇ ਬੰਦੇ ਸਨ ਉਹ ਵੀ ਸਿੱਧੇ ਹੋ ਗਏ, ਭਾਵ ਉਹਨਾਂ ਦੇ ਵਿੱਚ ਵੀ ਪਿਆਰ ਜਾਗ ਪਿਆ। ਕਈ ਵਾਰੀ ਇੱਦਾਂ ਹੁੰਦਾ ਜੇ, ਕਈ ਬੰਦੇ ਮੈਂ ਵੇਖੇ ਜਿਹੜੇ ਕਦੀ ਮੱਥਾ ਨਹੀਂ ਟੇਕਣ ਆਏ, ਕਦੀ ਬਾਣੀ ਨਹੀਂ ਪੜ੍ਹੀ, ਕਦੀ ਸਿੱਧੇ ਨਹੀਂ ਬੋਲੇ, ਕਿਤੇ ਉਹਨਾਂ ਨੂੰ ਬੜਾ ਰੰਗ ਚੜ੍ਹ ਜਾਂਦਾ। ਉਹ ਵੀ ਕਹਿਣਗੇ ਵਾਹਿਗੁਰੂ ਪਿਆਰਿਓ ਤੁਸੀਂ ਧੰਨ ਹੋ ਤੁਸੀਂ। ਮੈਂ ਕਿਹਾ ਤਾਂ ਚੰਦ ਚੜ੍ਹਿਆ ਪਿਆ, ਅੱਜ ਤਾਂ ਕਮਾਲ ਹੋ ਗਿਆ ਵੀ ਉਹ ਦਿਨ ਡੁੱਬਾ। ਇਹ ਕਹਾਵਤ ਆ ਵੀ ਕੁੱਬੇ ਵੀ ਚੜ੍ਹ ਗਏ। ਕਿਤੇ ਮਾਰੇ ਦਿਆਲ ਹੋ ਜਾਂਦੇ। ਕਈ ਰੂਹਾਂ ਮੈਂ ਵੇਖੀਆਂ ਕਦੇ ਹੱਸਦੀਆਂ ਨਹੀਂ, ਅੱਜ ਵੀ ਕਈ ਕਦੀ ਹੱਸਦੇ ਨਹੀਂ ਵੇਖਿਆ। ਕਈਆਂ ਨੂੰ ਉਹਨਾਂ ਦੇ ਇੱਥੇ 4-5 ਇੱਦਾਂ ਹੁੰਦੀਆਂ ਅਤੇ ਉਹਨਾਂ ਵਾਸਤੇ ਇੱਦਾਂ ਹੀ ਰਹਿਣਾ, ਇੱਦਾਂ ਹੀ। ਕਿਤੇ ਵੇਖੀ ਦਾ ਬੜੇ ਖੁਸ਼ ਹੁੰਦੇ। ਮੈਂ ਕਿਹਾ ਅੱਜ ਗੁਰੂ ਨਾਨਕ ਸਾਹਿਬ ਤੂੰ ਕਿਰਪਾ ਕੀਤੀ ਹੈ, ਇਹ ਵੀ ਰਹਿਮਤ ਹੈ। ਸੰਤੋਖ ਧਰਮ ਸੁਖ ਕਰਨਾ, ਅਸ ਸੁਭ ਕਰਮਨ ਮੈਂ ਆਚਰਨਾ। ਕਹਿੰਦੇ ਸਾਰਿਆਂ ਦੇ ਅੰਦਰ ਪ੍ਰੇਮ ਪਿਆਰ ਸੱਚ ਮੁਹੱਬਤ ਵੈਰ ਵਿਰੋਧ ਖਤਮ ਹੀ ਹੋ ਗਿਆ ਹੈ। ਬਾਬਾ ਨਾਨਕਾ ਕਿਤੇ ਸਾਡਾ ਵੀ ਕਰਦੇ ਹੈ। ਤੇਰੀ ਕਥਾ ਤਾਂ ਇੱਦਾਂ ਕਹਿ ਰਹੀ ਵੀ ਅਜੇ ਤੂੰ ਆਉਣਾ ਤੇ ਪਹਿਲਾਂ ਹੀ ਵਿੰਗੇ ਸਿੱਧੇ ਹੋ ਗਏ। ਅਸੀਂ ਕੋਲੇ ਰਹਿੰਦੇ 24 ਘੰਟੇ ਤਾਂ ਵੀ ਵਿੰਗੇ ਰਹਿੰਦੇ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਤੇ ਸਾਡੇ 'ਤੇ ਨਜ਼ਰ ਕਰਦੇ, ਸਾਡਾ ਵੀ ਪਿਆਰ ਵੱਧ ਜਾਵੇ। ਸੁਗੰਧਿਤ ਮੰਦ ਸਮੀਰਾ, ਚਲੀ ਜੋ ਹਰੀ ਸਭ ਬਿਦ ਪੀਰਾ। ਕਹਿੰਦੇ ਫਿਰ ਤਲਵੰਡੀ ਦੇ ਵਿੱਚ ਹਵਾ ਵੀ ਬਦਲ ਗਈ, ਆਖੋ ਵਾਹਿਗੁਰੂ। ਦਰਖਤਾਂ ਦਾ ਆਕਾਰ ਬਦਲ ਗਿਆ, ਇੱਦਾਂ ਲੱਗਣ ਲੱਗ ਪਿਆ ਜਿਵੇਂ ਸਾਰਾ ਕੁਝ ਚੇਂਜ ਹੋ ਰਿਹਾ ਹੈ। ਬਾਦਰਿਆ ਵੈ ਭਰ ਬਾਰੀ, ਬਰਕੇ ਨਰ ਇੱਛਾ ਅਨੁਸਾਰੀ। ਕਹਿੰਦੇ ਅੱਗੇ ਕਈ ਸਮਾਂ ਮੀਂਹ ਨਹੀਂ ਸੀ ਪੈਂਦਾ। ਕਵੀ ਜੀ ਕਹਿੰਦੇ ਹੁਣ ਮਹਾਰਾਜ ਦਾ ਪ੍ਰਕਾਸ਼ ਹੋਣਾ ਹੈ ਤੇ ਚੌਥੇ ਪੰਜਵੇਂ ਦਿਨ ਮੀਂਹ ਆ ਜਾਂਦਾ। ਮੀਂਹ ਵੀ ਇੱਦਾਂ ਦਾ ਆਉਂਦਾ ਜਿਵੇਂ ਅੰਮ੍ਰਿਤ ਦੀ ਵਰਖਾ ਹੁੰਦੀ ਹੋਵੇ। ਤੇ ਜਿਹੜੇ ਬੰਦੇ ਕਦੇ 5 ਮਿੰਟ ਨਹੀਂ ਇੱਦਾਂ ਬਹਿ ਸਕਦੇ, ਉਹਨਾਂ ਦੀਆਂ ਵੀ ਸਮਾਧੀਆਂ ਲੱਗਣ ਲੱਗ ਪਈਆਂ। ਇੱਥੋਂ ਪਤਾ ਲੱਗਦਾ ਕਿ ਦੁਨੀਆ ਦਾ ਮਾਲਕ ਧਰਤੀ 'ਤੇ ਆ ਰਿਹਾ ਹੈ। ਸੰਗਤੇ ਹੋਰ ਨਹੀਂ ਕੁਝ, ਤੇ ਮੈਂ ਤੁਹਾਨੂੰ ਸੌਖੀ ਉਦਾਹਰਨ ਦੇ ਦਾਂ। ਕਿਸੇ ਦਾ ਵੀਜ਼ਾ ਲੱਗਾ ਹੋਵੇ ਬਾਹਰ ਦਾ, ਤੇ ਜਹਾਜ਼ 'ਚ ਬੈਠਾ ਹੋਵੇ, ਤੇ ਜਹਾਜ਼ ਉੱਡਦਾ ਦਿੱਲੀ ਤੋਂ ਜਾਂ ਏਅਰਪੋਰਟ ਅੰਮ੍ਰਿਤਸਰੋਂ, ਤੇ ਉਹਨੂੰ ਉੱਥੇ ਖੁਸ਼ੀ ਚੜ੍ਹਨੀ ਸ਼ੁਰੂ ਹੋ ਜਾਂਦੀ। ਨਾਲੇ ਜਹਾਜ਼ ਚੜ੍ਹਦਾ ਨਾਲ ਖੁਸ਼ੀ ਚੜ੍ਹਦੀ ਹੈ। ਜਿਵੇਂ ਜਾ ਕੇ ਅਗਲੇ ਦੇਸ਼ 'ਚ ਐਂਟਰੀ ਹੁੰਦੀ ਹੈ, ਥੱਲੇ ਨੂੰ ਪਲੇਨ ਆ ਰਿਹਾ, ਉਹਨੂੰ ਖੁਸ਼ੀਆਂ ਚੜ੍ਹੀ ਜਾਂਦੀਆਂ। ਹੋਰ ਹਜੇ ਮਾਇਆ ਦੇ ਵਿੱਚ ਹੈ। ਤਾਂ ਉਹ ਜਿਹੜੀ ਧਰਤੀ 'ਤੇ ਰੱਬ ਜੀ ਨੇ ਆਉਣਾ ਹੋਵੇ ਤਾਂ ਕਿੰਨੀ ਖੁਸ਼ੀ ਹੁੰਦੀ ਹੈ। ਇਹ ਖੁਸ਼ੀ ਇੱਦਾਂ ਦੀ ਜਿਹੜੀ ਕਦੇ ਖਤਮ ਨਹੀਂ ਹੁੰਦੀ। ਬਾਹਰ ਜਾਣ ਵਾਲੀ ਖੁਸ਼ੀ ਉਹ ਪਲੇਨ 'ਚ ਹੀ ਹੈ, ਅਤੇ ਉਤਰਨ ਤੱਕ ਪਲੇਨ ਤੱਕ ਤੇ ਗਾੜੀ ਜਿਹੜੇ ਖੜੋਤੇ ਬੜਾ ਚਾਅ ਚੜ੍ਹਦਾ, ਮੈਂ ਆ ਗਿਆ ਕਨੇਡਾ। ਕਹਿੰਦੇ ਆ ਜਾ ਤੈਨੂੰ ਉਡੀਕਣ ਦਾ। ਉਹ ਜਿਹੜਾ ਕੰਮ ਕਰਨ ਵਾਲਾ 18 ਘੰਟੇ ਤੇਤੋਂ ਹੀ ਕਰਾਉਣਾ, ਆਖੋ ਸਤਨਾਮ। ਜਿਹੜਾ ਇੰਨਾ ਭੰਗੜਾ ਪਾਉਂਦਾ ਬੜਾ ਖੁਸ਼ ਹੁੰਦਾ। ਮਹੀਨੇ ਕੁ ਬਾਅਦ ਫੋਨ ਕੀਤਾ ਤੇ ਕਹਿੰਦਾ 2 ਗੱਲਾਂ ਕਰਕੇ, ਕਹਿੰਦਾ ਚੰਗਾ ਬੀਜੀ ਆ, ਆਖੋ ਸਤਨਾਮ। ਕਹਿੰਦੇ ਗੱਲ ਕੀ ਤੇਰਾ ਮੂੰਹ ਨਿੱਕਾ ਜਿਹਾ ਹੋ ਗਿਆ, ਕਹਿੰਦੇ ਇੱਥੇ ਆਉਂਗੇ ਫਿਰ ਪਤਾ ਲੱਗੂ। ਤੋ ਇਸ ਕਰਕੇ ਉਹ ਥੋੜ੍ਹੇ ਸਮੇਂ ਦੀਆਂ ਖੁਸ਼ੀਆਂ ਦੁਨਿਆਵੀ, ਪਰ ਜਿਹੜੀ ਖੁਸ਼ੀ ਗੁਰੂ ਨਾਨਕ ਤੇਰੇ ਨਾਮ ਵਿੱਚ ਹੈ। ਵੈਸੇ ਇਹ ਬਾਣੀ ਨਹੀਂ, ਉੱਦਾਂ ਆਪਾਂ ਪੰਕਤੀ ਪੜ੍ਹੀ ਦੀ, ਨਾਮ ਖੁਮਾਰੀ ਨਾਨਕਾ। ਇਹ ਜਿਨ੍ਹਾਂ ਨੂੰ ਰੰਗ ਲੱਗ ਗਿਆ ਉਹ ਤਾਂ ਰੋਜ਼ ਹੀ ਫਿਰ ਝੂਟੇ ਲੈਂਦੇ। ਉਹਨਾਂ ਦੇ ਆਨੰਦ ਹੀ ਮੰਗਲ 24 ਘੰਟੇ ਵਰਤਦਾ ਹੈ। ਅੰਤਰ ਜਨਕੈ ਭਈ ਅਮੇਉ, ਮਨੋ ਨਰਨ ਦਿਕਰਾਵੈ ਤੇਉ। ਕਹਿੰਦੇ ਸਾਰੇ ਜੀਵਾਂ ਦੇ ਅੰਦਰ ਖੇੜਾ ਆ ਗਿਆ ਤੇ ਸਾਰੀ ਕੁਦਰਤ ਵੀ ਨਿਹਾਲ ਹੋ ਗਈ ਹੈ। ਸਿਤ ਸੋਹਤ ਤਰਨਵ ਸਭ ਜਾਈ, ਜੇ ਉਰ ਸਭ ਤੇ ਅਧਿਕ ਵਧਾਈ। ਔਰ ਕਹਿੰਦੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਸਾਰੇ ਪਾਸੇ ਸ਼ਹਿਦ ਭਰ ਗਿਆ ਹੋਵੇ। ਇੰਨੀ ਮਿਠਾਸ ਸਾਰੇ ਦਰਖਤਾਂ, ਪੰਛੀਆਂ, ਪਸ਼ੂਆਂ, ਮਨੁੱਖਾਂ, ਇੱਥੋਂ ਤੱਕ ਵੀ ਪਸ਼ੂਆਂ ਦੇ ਵਿੱਚ ਵੀ ਪਸ਼ੂ ਵੀ ਪਿਆਰ ਕਰਦੇ ਹੈ।
ਕਈ ਵਾਰੀ ਆਪਣੀ ਖੁਰਲੀ ਤੇ ਵੇਖਿਆ ਨਾ, ਇੱਕ ਮੱਝ ਜਿਹੜੀ ਦੂਜੀ ਮੱਝ ਨੂੰ ਨਾ ਜ਼ਬਾਨ ਨਾਲ ਚੜ ਕੇ ਉਹਦਾ ਸਿਰ ਵਾਹੁੰਦੀ ਹੀ ਹੁੰਦੀ ਆ, ਆਖੋ ਸਤਿਨਾਮ। ਕਈ ਗਾਵਾਂ ਇਦਾਂ ਕਰਦੀਆਂ, ਬੜਾ ਤੇਜ਼ ਦੇ ਨਾਲ ਸਿਰ ਵਾਹ ਦਿੰਦੀਆਂ। ਕਈ ਵਾਰੀ ਛੋਟੇ ਹੁੰਦੇ ਹਨ ਤਾਂ ਚਲੋ ਜ਼ਿਆਦਾ ਨਹੀਂ ਪਸ਼ੂਆਂ ਜਿੰਨਾ ਰੱਖੇ, ਕਈ ਵਾਰੀ ਨੋਟ ਕਰਿਓ, ਪਸ਼ੂ ਵੀ ਇੱਕ ਦੂਜੇ ਨਾਲ ਮੋਹ ਕਰਦੇ ਆ, ਸਿਰ ਵਾਹੁੰਦੇ ਚੜ ਕੇ, ਤੇ ਕਿਤੇ ਗੁੱਸੇ 'ਚ ਆ ਜਾਣ ਤੇ ਸਿੰਗ ਵੀ ਤੋੜ ਦਿੰਦੇ ਆ। ਇਹ ਆਪਾਂ ਹੀ ਆ ਨਾ, ਕਿਉਂਕਿ ਜੂਨਾਂ 'ਚੋਂ ਆਪਾਂ ਨਿਕਲ ਕੇ ਆਏ ਆ। ਉਹ ਕਿਤੇ ਕਿਤੇ ਔਰਾ ਆਪਣੇ 'ਚ ਵੀ ਬਣਦਾ, ਜਦੋਂ ਪਿਆਰ ਜਿਹਾ ਜਾਗਦਾ ਤੇ ਬੜਾ ਮਿਲੀਦਾ, ਜਦੋਂ ਗੁੱਸਾ ਚੜ੍ਹਦਾ ਤੇ ਫਿਰ ਵੱਖੀ 'ਚ ਸਿਰ ਵੀ ਦਿੰਦੇ ਆ। ਕਈ ਵਾਰੀ ਇੱਦਾਂ ਦਾ ਹੁੰਦਾ ਵੀ ਇੰਨਾ ਕੁ ਬੰਦਾ ਦਿਆਲ ਹੁੰਦਾ ਵੀ ਕਿਸੇ ਦਾ ਕੰਮ ਨਾ ਹੋਵੇ ਤਾਂ ਵੀ ਕਰਾ ਦਿੰਦਾ, ਕਈ ਵਾਰੀ ਇੰਨਾ ਗੁੱਸਾ ਹੁੰਦਾ ਹੋਣ ਦਿਆ ਹੋਵੇ ਤਾਂ ਵੀ ਜਾ ਕੇ ਰੁਕਾ ਦਿੰਦਾ। ਤੋ ਇਹ ਜੂਨਾਂ 'ਚੋਂ ਆਪਾਂ ਨਿਕਲ ਕੇ ਆਏ, ਅੱਜ ਵੀ ਅਵਸਥਾ ਕਿਤੇ ਕਿਤੇ ਬੰਦੇ 'ਤੇ ਹਾਵੀ ਹੋ ਜਾਂਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਹ ਕਵੀ ਸੰਤੋਖ ਸਿੰਘ ਕਹਿੰਦੇ, ਰਾਏ ਭੋਏ ਦੀ ਤਲਵੰਡੀ ਇੰਨੀ ਕੁ ਸੁੱਖਾਂ ਭਰੀ ਹੋ ਗਈ ਕਿ ਉੱਥੇ ਪਸ਼ੂ ਪੰਛੀ ਵੀ ਇੱਕ ਦੂਜੇ ਨਾਲ ਪ੍ਰੇਮ ਕਰਦੇ ਹਨ। ਜਟ ਜੰਗਮ ਤਲਵੰਡ ਆਨੰਦੂ, ਪਰਵੇਸ਼ ਜਗ ਕੋ ਸੁਖ ਕੰਦੂ। ਕਹਿੰਦੇ ਸਾਰਾ ਨਗਰ ਹੀ ਆਨੰਦ ਦੇ ਨਾਲ ਭਰ ਗਿਆ ਹੈ। ਅਸ ਜਸ ਬੀਤ ਗਏ ਦਸ ਮਾਸਾ, ਸਰਦ ਸੁੰਦਰੀ ਇੰਦ ਪ੍ਰਕਾਸ਼ਾ। ਕਹਿੰਦੇ 10 ਮਹੀਨੇ ਬਤੀਤ ਹੋ ਗਏ, ਸਾਰੇ ਆਖੋ ਸਤਿਨਾਮ ਵਾਹਿਗੁਰੂ। ਹੁਣ ਤਿਆਰੀ ਕਰ ਲਿਓ, ਮਹਾਰਾਜ ਦਾ ਪ੍ਰਕਾਸ਼ ਹੋਣਾ ਹੈ। ਅਜੇ ਨਹੀਂ, ਜਦੋਂ ਸ਼ਬਦ ਪੜਾਂਗੇ ਉਦੋਂ ਥੋੜਾ ਪ੍ਰੇਮ ਨਾਲ, ਸਾਰਿਆਂ ਇੱਕੇ ਵਾਰੀ ਨਹੀਂ। ਸੋ ਕਹਿੰਦੇ ਹਨ ਕਿ ਅਸ ਜਸ ਬੀਤ ਗਏ 10 ਮਾਸਾ, 10 ਮਹੀਨੇ ਬਤੀਤ ਹੋ ਗਏ ਗਰਭ ਨੂੰ, ਤੇ ਬਹੁਤ ਸੁੰਦਰ ਚਿਹਰੇ ਦਾ ਰੂਪ ਹੈ ਮਾਤਾ ਤ੍ਰਿਪਤਾ ਜੀ ਦਾ। ਆਕਾਸ਼ ਸੋ ਹੈ ਗੁਣ ਤਾਰਾ, ਜਿਮ ਜਗਿਆਸੀ ਉਰ ਆਚਾਰਾ। ਕਹਿੰਦੇ ਜਿਸ ਤਰ੍ਹਾਂ ਕੋਈ ਜਗਿਆਸੂ ਦੇ ਅੰਦਰ ਕੋਈ ਚਮਕ ਪੈ ਰਹੀ ਹੋਵੇ, ਤਾਰੇ ਚਮਕ ਰਹੇ ਹੋਣ, ਇਸ ਤਰ੍ਹਾਂ ਸਾਰੇ ਨਗਰ ਦੇ ਵਿੱਚ ਮਾਹੌਲ ਹੈ ਗੁਰੂ ਨਾਨਕ ਨੂੰ ਜੀ ਆਇਆਂ ਕਹਿਣ ਵਾਸਤੇ। ਜਿਮ ਨਿਰਸ ਮੇਘ ਹੋਇਗੇ ਨਿਜ ਦੇਸੂ, ਜਿਮ ਸਤ ਸੰਗਤ ਮਿਟੈ ਕਲੇਸੂ। ਕਹਿੰਦੇ ਬੱਦਲ ਵੀ ਐ ਭਰ ਕੇ ਤਿਆਰੀ ਕਰਕੇ ਆਏ ਹੈ ਕਿ ਅੱਜ ਮੇਰੇ ਪਿਆਰੇ ਨੇ ਆਉਣਾ ਹੈ, ਤੇ ਅਸੀਂ ਵੀ ਬੂੰਦਾਬਾਂਦੀ ਕਰਕੇ ਮਹਾਰਾਜ ਤੇ ਅਤਰ ਛਿੜਕਣਾ ਹੈ। ਖੁਦਾ ਨੇ ਧਰਤੀ 'ਤੇ ਆਉਣਾ, ਜਿੱਦਾਂ ਕੋਈ ਰਾਜੇ ਨੇ ਆਉਣਾ ਹੋਵੇ ਤੇ ਪਹਿਲਾਂ ਹੀ ਨਾਕਿਆਂ 'ਤੇ ਪੁਲਿਸ ਲੱਗ ਜਾਂਦੀ, ਰਸਤੇ ਜਾਮ ਕਰਦੇ ਜਾਂਦੇ ਵੀ ਮੰਤਰੀ ਆ ਰਿਹਾ ਹੈ, ਤਾਂ ਮੇਰਾ ਰੱਬ ਆ ਰਿਹਾ ਹੈ। ਤੋ ਕਹਿੰਦੇ ਸਾਰੇ ਪਸ਼ੂ ਪੰਛੀ ਸਭ ਕੁਦਰਤ ਪਸ਼ਰਾਂ ਰਾਗ ਰਾਗਣੀਆਂ ਤਿਆਰੀ ਕਰਕੇ ਭਰ ਕੇ ਫੁੱਲਾਂ ਦੀਆਂ ਝੋਲੀਆਂ, ਤੇ ਪਹਿਲਾਂ ਹੀ ਬਾਬੇ ਨਾਨਕ ਦੇ ਵਿਹੜੇ 'ਚ ਯਾਤਰਾ ਕਰ ਰਹੇ ਆ। ਕਦੇ ਐ ਨੂੰ ਜਾਂਦੇ, ਕਦੇ ਐ ਨੂੰ ਜਾਂਦੇ ਆ ਕਿ ਕਿਹੜੇ ਵੇਲੇ ਮਹਾਰਾਜ ਸਾਹਿਬ ਦਾ ਪ੍ਰਕਾਸ਼ ਹੋਵੇ ਤੇ ਸੇਵਾ ਕਰੀਏ। ਜਮਾਸ ਕੀ ਪੂਰਨਮਾਸੀ, ਹਰਿ ਕੀਰਤ ਸੋ ਜੋਨ ਪ੍ਰਕਾਸ਼ੀ। ਕਹਿੰਦੇ ਫਿਰ ਕੀ ਹੋਇਆ, ਪੂਰਨਮਾਸੀ ਵਾਲੀ ਰਾਤ, ਕੱਤਕ ਦਾ ਮਹੀਨਾ ਹੈ, ਸਾਰਾ ਚੰਦਰਮਾ ਜਿਹੜਾ ਸੰਪੂਰਨ ਰੂਪ ਦੇ ਵਿੱਚ ਅਸਮਾਨ ਦੇ ਵਿੱਚ ਆਇਆ ਹੋਇਆ ਹੈ, ਤੇ ਸਾਰੇ ਪਾਸੇ ਪੱਤਾ ਪੱਤਾ ਧਰਤੀ ਤੇ ਪਿਆ ਦੀਦਾ ਹੈ। ਬੜਾ ਸੁੰਦਰ ਦ੍ਰਿਸ਼ ਹੈ। ਸੰਬਤ ਨੌ ਘਟ ਸਹਸ ਸਬੀਸਾ, ਓ ਅਵਤਾਰ ਪ੍ਰਗਟ ਜਗਦੀਸਾ। ਕਵੀ ਜੀ ਕਹਿੰਦੇ ਸੰਮਤ 1526 ਆਇਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋ ਗਿਆ। ਬੋਲੇ ਸੋ ਨਿਹਾਲ, ਪਰ ਉਪਕਾਰੀ ਆਏ, 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 ਪਰ ਉਪਕਾਰੀ ਆਏ। ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ। ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ
ਚਾਨਣ ਹੋਆ, ਮਿਟੀ ਧੁੰਦ ਜਗ ਚਾਨਣ ਹੋਆ। ਮਿਟੀ ਧੁੰਦ ਜਗ ਚਾਨਣ ਹੋਆ, ਮਿਟੀ ਧੁੰਦ ਜਗ ਚਾਨਣ ਹੋਆ। ਪਰ ਉਪਕਾਰੀ ਆਏ, ਪਰ ਉਪਕਾਰੀ ਆਏ, ਸੰਗਤਾਂ ਫੁੱਲ ਵਰਸਾਏ, ਸੰਗਤਾਂ ਫੁੱਲ ਵਰਸਾਏ, ਸੰਗਤਾਂ ਫੁੱਲ ਵਰਸਾਏ, ਸੰਗਤਾਂ ਫੁੱਲ ਵਰਸਾਏ। ਗੁਰੂ ਨਾਨਕ ਪਿਆਰੇ ਆਏ, ਗੁਰੂ ਨਾਨਕ ਪਿਆਰੇ ਆਏ, ਗੁਰੂ ਨਾਨਕ ਪਿਆਰੇ ਆਏ, ਗੁਰੂ ਨਾਨਕ ਪਿਆਰੇ ਆਏ। ਰਾਗੀਆਂ ਮੰਗਲ ਗਾਏ, ਰਾਗੀਆਂ ਮੰਗਲ ਗਾਏ, ਰਾਗੀਆਂ ਮੰਗਲ ਗਾਏ, ਰਾਗੀਆਂ ਮੰਗਲ ਗਾਏ। ਪਰ ਉਪਕਾਰੀ ਆਏ, ਗੁਰੂ ਨਾਨਕ ਪਿਆਰੇ ਆਏ, ਉਪਕਾਰੀ ਆਏ, ਗੁਰੂ ਨਾਨਕ ਪਿਆਰੇ ਆਏ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ। ਸਤਿਗੁਰੂ ਕੀ ਸੰਗਤ ਜੀ, ਤੁਹਾਡੇ ਬਹੁਤ ਵੱਡੇ ਕਰਮ ਨੇ। ਆ ਜਿੰਨਾ ਆਨੰਦ ਸਤਿਗੁਰੂ ਨੇ ਆਪਾਂ ਨੂੰ ਦਿੱਤਾ ਹੈ, ਕਿਹਦੇ ਕੋਲ ਹੈ? ਘਰਾਂ ਦੇ ਵਿੱਚ ਵੀ ਦੁਨੀਆ ਬੈਠੀ ਹੈ, ਕਰੋੜਾਂ ਅਰਬਾਂ ਦੇ ਮਾਲਕ ਵੀ ਦੁਖੀ ਹੈ। ਕਿਸੇ ਕੋਲ ਇੰਨੀ ਸੁੰਦਰਤਾ ਤੇ ਇੰਨਾ ਸਕੂਨ ਨਹੀਂ ਜਿੰਨਾ ਮਹਾਰਾਜ ਆਪਾਂ ਨੂੰ ਦੇ ਰਹੇ ਹਨ। ਇਹ ਰਹਿਮਤ ਤੁਹਾਡੀ, ਜਿਹੜੀ ਤੁਹਾਡਾ ਇੱਕ ਇੱਕ ਬੁੱਕ ਉੱਠਿਆ, ਬੜੇ ਦੁਨੀਆ ਨੂੰ ਤੁਸੀਂ ਦਾਨ ਪੁੰਨ ਕੀਤਾ ਹੋਊ, ਪਰ ਆ ਜਿਹੜਾ ਅੱਜ ਕੀਤਾ, ਇੱਕ ਅੰਦਰ ਦੀ ਭਾਵਨਾ ਬਣਾ ਕੇ ਵੇਖਿਓ ਕਿ ਗੁਰੂ ਨਾਨਕ ਸਾਹਿਬ ਕਿਤੇ ਵੇਂਦੇ ਨਹੀਂ ਆਪਾਂ ਨੂੰ। ਇਸ ਵੇਲੇ ਗੁਰੂ ਨਾਨਕ ਸਾਹਿਬ ਕਿੱਥੇ ਹੈ? ਆਪਣੇ ਵਿੱਚ। ਤੇ ਜਿਹੜੇ ਉਦੋਂ ਵੀ ਵਿਹੜੇ ਦੇ ਵਿੱਚ ਆਮ ਲੋਕ ਤਾਂ ਸੀ, ਪਰ ਜਿਹੜੇ ਗੁਰੂ ਨਾਨਕ ਦੇ ਖੁਦਾ ਦੇ ਅਸਲ ਪ੍ਰੇਮੀ ਸੀ, ਉਹ ਤਾਂ ਕਿਸੇ ਨੂੰ ਨਜ਼ਰ ਹੀ ਨਹੀਂ ਆ ਰਹੇ। ਅੱਜ ਵੀ ਆਏ ਨੇ ਬਹੁਤ ਗਿਣਤੀ ਵਿੱਚ, ਆਪਣੇ ਵਿੱਚ ਆ ਕੇ ਉਹ ਵੀ ਸੇਵਾ ਕਰ ਗਏ। ਆਪਣੀਆਂ ਅੱਖਾਂ ਨਹੀਂ ਇੰਨੀ ਜੋਗੀਆਂ, ਆਪਣੀਆਂ ਅੱਖਾਂ ਜਿੱਦਨ ਕਮਾਈ ਵਾਲੀਆਂ ਬਣ ਗਈਆਂ ਤਾਂ ਬਾਬਾ ਅਮਰਦਾਸ ਕਹਿੰਦੇ, ਇਹ ਨੇਤਰੋ ਮੇਰਿਓ ਹਰ ਤੁਮੈ। ਅਜੇ ਆਪਣੀਆਂ ਅੱਖਾਂ 'ਚ ਗੰਦਗੀ ਕਿਤੇ ਕਿਤੇ, ਕਿਉਂਕਿ ਆਪਾਂ ਗਲਤ ਗੁਲਤ ਵੇਖ ਲੈਂਦੇ ਆ ਇੱਕ ਦੂਜੇ। ਬਾਕੀ ਕਲਯੁਗ ਦਾ ਸਮਾਂ ਵਾ, ਮੀਡੀਆ ਜਾਂ ਕਿੱਦਾਂ ਵੀ ਇਹਨਾਂ ਅੱਖਾਂ ਨਾਲ ਕੁਝ ਨਾ ਕੁਝ ਵੇਖਿਆ ਜਾਂਦਾ। ਤਾਂ ਬਾਬਾ ਬੁੱਲੇ ਸ਼ਾਹ ਕਹਿੰਦੇ, ਜਦੋਂ ਕਿਤੇ ਅੱਖਾਂ ਬਣ ਗਈਆਂ ਨਾ, ਬੁੱਲਿਆ ਸ਼ੌਹ ਤੇਥੋਂ ਵਾਖਣੀ ਤੇਰੀ, ਉਹ ਤੇ ਤੇਥੋਂ ਦੂਰ ਨਹੀਂ ਪਰ ਤੇਰਾ ਵੀ। ਜਿਨ੍ਹਾਂ ਅੱਖਾਂ ਨਾਲ ਵੇਖਣਾ ਉਹਨਾਂ ਵਿੱਚ ਨੂਰ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਵਿਹੜਾ ਭਰ ਗਿਆ। ਹੁਣ ਮਹਾਰਾਜ ਦਾ ਵਿਹੜਾ ਕਿਹੜਾ ਨਿੱਕਾ ਹੈ? ਵਿਹੜੇ ਦੇ ਵਿੱਚ ਕੌਣ ਕੌਣ ਹੈ? ਗਾਵਣ ਤੋਹਨੋਂ ਪਾਉਣ ਪਾਣੀ ਬੈ ਸੰਤਰ, ਗਾਵੇ ਰਾਜਾ ਗਾਵੇ ਚਿਤ ਗੋਤ ਲਿਖ ਜਾਣੈ। ਇੱਥੋਂ ਤੱਕ ਕਵੀ ਜੀ ਕਹਿੰਦੇ ਹਨ ਕਿ ਜਿਹੜੇ ਸਵਰਗ ਲੋਕ ਦੇ ਰਹਿਣ ਵਾਲੇ ਜਗਿਆਸੂ ਬੰਦਗੀ ਵਾਲੇ ਹਨ, ਉਹਨਾਂ ਦੇ ਨੇਤਰਾਂ 'ਚ ਜਾਲ ਆਇਆ ਹੈ। ਕਹਿੰਦੇ ਸਾਡਾ ਖੁਦਾ ਮਾਤ ਲੋਕ 'ਤੇ ਚੱਲਿਆ ਹੈ। ਹੁਣ ਆਪਣਾ ਹੀ ਕੋਈ ਪਿਆਰਾ ਆਪਾਂ ਨੂੰ ਛੱਡ ਕੇ ਦੁਨੀਆ ਤੋਂ ਜਾਂ ਕਿਤੇ ਬਾਹਰ ਅੰਦਰ ਜਾਵੇ ਤਾਂ ਅੱਖਾਂ ਨਮ ਹੁੰਦੀਆਂ ਏ। ਜਿਹਨੂੰ ਪਿਆਰ ਕਰਦੇ ਹੋ ਨਾ, ਤੁਹਾਨੂੰ ਨਜ਼ਰ ਨਾ ਆਵੇ ਤਾਂ ਤੁਹਾਡਾ ਮਨ ਜਿਹੜਾ ਪ੍ਰਸੰਨ ਨਹੀਂ ਹੁੰਦਾ। ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਸੱਚਖੰਡ ਲੋਕ ਤੋਂ ਮਾਤ ਲੋਕ ਦੇ ਵਿੱਚ ਪਹੁੰਚ ਗਏ। ਅਤੇ ਉੱਥੇ ਜਿਹੜੇ ਸੇਵਾਦਾਰ, ਜਿਹੜੇ 24 ਘੰਟੇ ਅਪਸ਼ਰਾਂ, ਰਾਗ ਰਾਗਣੀਆਂ, ਸੁਰ ਲੋਕ, ਦੇਵ ਲੋਕ, ਇੰਦਰ ਲੋਕ, ਉਹ ਤਾਂ ਸਾਰੇ ਦੇ ਸਾਰੇ ਵਿਰਾਗ ਦੇ ਵਿੱਚ ਸੀ ਕਿ ਬਾਬਾ ਹੁਣ ਛੇਤੀ ਛੇਤੀ ਵਾਪਸ ਆ ਜੀ, ਕੱਲ ਤਾਰਨ ਗੁਰੂ ਨਾਨਕ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਮਾਤ ਲੋਕ ਤੇ ਧਰਤੀ ਤੇ ਪਹੁੰਚ ਗਏ ਹੋ। ਤੇ ਸਾਧ ਸੰਗਤ ਆਪਾਂ ਬਾਪੂ ਨੂੰ ਯਾਦ ਕੀਤਾ ਤੇ ਇੰਨਾ ਆਨੰਦ ਆਇਆ ਹੈ। ਤੇ ਜਿਹੜੇ ਪ੍ਰਤੱਖ ਰੂਪ ਦੇ ਵਿੱਚ ਹੋਣਗੇ ਉਹ ਕਿੰਨੇ ਆਨੰਦ ਵਿੱਚ ਆਏ ਹੋਣਗੇ। ਤੋ ਇਸ ਕਰਕੇ ਕਹਿੰਦੇ ਹਨ ਸੰਮਤ 9 ਖਟ ਸਹਿਜ ਸੁਵੀਸਾ 1526
ਸੰਮਤ ਬਿਕਰਮੀ ਹੈ 1469 ਈਸਵੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਉਣਾ ਕੀਤਾ। ਅਚਾਨਕ ਸਭਨੇ ਉਸ਼ਾਹਾ ਜਿਨ ਕਾਰਨ ਮਨ ਲਗ ਨਾ ਸਕਾ। ਕਹਿੰਦੇ ਸਾਰਿਆਂ ਨੇ ਇੰਨੀ ਕੁ ਖੁਸ਼ੀ ਕੀਤੀ ਵੀ ਕਿਤੇ ਖੁਸ਼ੀ ਸਮਾਈ ਨਹੀਂ ਜਾਂਦੀ। ਇੰਨਾ ਕੁ ਸਾਰੇ ਨਗਰ ਨੂੰ ਸਕੂਨ ਮਿਲਿਆ, ਕਿਉਂਕਿ ਖੁਦਾ ਜਦੋਂ ਆਉਂਦਾ ਹੈ ਨਾ, ਅੱਜ ਵੀ ਕੋਈ ਬੰਦਗੀ ਵਾਲੀ ਰੂਹ ਤੁਹਾਡੇ ਕੋਲ ਬਹਿ ਜੇ, ਤੁਹਾਨੂੰ ਦਰਸ਼ਨ ਹੋ ਜੇ ਤੇ ਤੁਹਾਡਾ ਸਭ ਕੁਝ ਲੈ ਜਾਂਦੀ ਲੁੱਟ ਕੇ। ਜੀ ਕਰਦਾ ਇਹਨਾਂ ਦੇ ਨਾਲ ਹੀ ਚਲੇ। ਗੁਰੂ ਨਾਨਕ ਸਾਹਿਬ ਇੰਨੇ ਪਿਆਰੇ ਸੀ, ਜਿੱਥੇ ਵੀ ਗਏ ਬਸ ਮਹਾਰਾਜ ਸਾਹਿਬ ਨੇ 2 ਘੜੀਆਂ ਕੀਰਤਨ ਕੀਤਾ ਤੇ ਸਾਰੇ ਦਾ ਸਾਰਾ ਨਗਰ ਹੀ ਕਹਿੰਦਾ ਮਹਾਰਾਜ ਸਾਨੂੰ ਵੀ ਨਾਲ ਲੈ ਜਾਓ। ਜਿੱਥੇ ਵੀ ਮਹਾਰਾਜ ਰੁਕਦੇ ਰਹੇ ਸਾਰੇ ਇੱਕੋ ਹੀ ਗੱਲ ਕਹਿੰਦੇ ਰਹੇ, ਮਹਾਰਾਜ ਸਾਡੇ ਤੋਂ ਰਹਿ ਨਹੀਂ ਹੋਣਾ, ਸਾਨੂੰ ਨਾਲ ਹੀ ਲੈ ਜਾਓ। ਉੱਥੇ ਫਿਰ ਮਹਾਰਾਜ ਇੱਕ ਬਚਨ ਕਰਦੇ ਰਹੇ ਵੀ ਜੇ ਸਾਡੇ ਨਾਲ ਰਹਿਣਾ ਨਾ ਪੱਕਾ, ਆਪਣੇ ਪਿੰਡ ਦੇ ਵਿੱਚ ਧਰਮਸ਼ਾਲ ਬਣਾਓ। ਉਦੋਂ ਗੁਰਦੁਆਰੇ ਨਹੀਂ ਸੀ ਹੁੰਦੇ, ਤਾਂ ਬਾਅਦ 'ਚ ਬਣੇ ਆ। ਧਰਮ ਪਲੱਸ ਸਾਲ, ਜਿੱਥੇ ਧਰਮ ਦੀ ਗੱਲ ਕੀਤੀ ਜਾਵੇ, ਧਰਮ ਦੀ ਮਹਾਰਾਜ ਸਾਹਿਬ ਕਹਿੰਦੇ ਧਰਮਸ਼ਾਲ ਬਣਾਓ। ਸਾਰਾ ਪਿੰਡ ਸਵੇਰੇ ਸ਼ਾਮ ਇਹਦੇ ਵਿੱਚ ਆ ਕੇ ਸਤਨਾਮ ਦਾ ਚੱਕਰ ਫਰਾਓ। ਕਹਿੰਦੇ ਮਹਾਰਾਜ ਇੱਦਾਂ ਕਿ ਉਹ ਮੇਰੇ ਪਾਤਸ਼ਾਹ ਕਹਿੰਦੇ ਤੁਸੀਂ ਕਿਹਾ ਸੀ ਤੁਹਾਡੇ ਨਾਲ ਰਹਿਣਾ ਚਾਹੁੰਦੇ 24 ਘੰਟੇ, ਸਾਨੂੰ ਛੱਡ ਕੇ ਨਾ ਜਾਓ ਜਾਂ ਲੈ ਜਾਓ। ਮਹਾਰਾਜ ਕਹਿੰਦੇ ਜਦੋਂ ਸੰਗਤ ਇਕੱਠੀ ਹੋ ਕੇ ਧਰਮਸ਼ਾਲ ਦੇ ਵਿੱਚ ਕਥਾ ਕੀਰਤਨ ਤੇ ਬੰਦਗੀ ਕਰੇਗੀ, ਤੁਹਾਨੂੰ ਮੇਰੇ ਨਾਲ ਜਾਣ ਦੀ ਲੋੜ ਨਹੀਂ, ਮੈਂ ਤੁਹਾਡੇ ਕੋਲ ਆ ਜਾਇਆ ਕਰਾਂਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਇਹੀ ਬਚਨ ਕਰਕੇ ਸੱਜਣ ਠੱਗ ਨੂੰ ਇਹੀ ਕੀਤਾ, ਕੌਡੇ ਰਾਖਸ਼ ਨੂੰ ਕੀਤਾ, ਨੂਰ ਜਾਂ ਜਾਦੂਗਰਨੀ ਨੂੰ ਕੀਤਾ। ਜਿੱਥੇ ਵੀ ਮਹਾਰਾਜ ਗਏ ਹੋਏ ਕਹਿੰਦੇ ਰਹੇ ਧਰਮਸ਼ਾਲ ਬਣਾਓ, ਦੋਵੇਂ ਟਾਈਮ ਸੰਗਤ ਵਿੱਚ ਆਇਆ ਕਰੋ, ਅਸੀਂ ਆਪ ਆਇਆ ਕਰਾਂਗੇ, ਜਿੱਥੇ ਵੀ ਹੋਵਾਂਗੇ ਤੁਹਾਡੇ 'ਚ ਹਾਜ਼ਰੀ ਲਵਾਵਾਂਗੇ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਡਿਆਂ ਭਾਗਾਂ ਨਾਲ ਮਿਲਦੇ। ਆਓ 5-4 ਮਿੰਟ ਗੁਰੂ ਨਾਨਕ ਦਾ ਸਿਮਰਨ ਕਰੀਏ ਜੀ। ਧੰਨ ਗੁਰੂ ਨਾਨਕ, 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 ਗੁਰੂ ਨਾਨਕ, ਧੰਨ 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 ਗੁਰੂ ਨਾਨਕ, ਗੁਰਪੂਰਾ ਜਿਨ ਸਿਮਰਿਆ, ਗੁਰਪੂਰਾ ਜਿਨ ਸਿਮਰਿਆ, ਗੁਰਪੂਰਾ ਜਿਨ ਸਿਮਰਿਆ, ਗੁਰਪੂਰਾ ਜਿਨ ਸਿਮਰਿਆ, ਸਈ ਪਏ ਨਿਹਾਲ, ਸਈ ਪਏ ਨਿਹਾਲ, ਸਈ ਪਏ ਨਿਹਾਲ, ਸਈ ਪਏ ਨਿਹਾਲ, ਨਾਨਕ ਨਾਮ ਅਰਾਧਨਾ, ਨਾਨਕ ਨਾਮ ਅਰਾਧਨਾ, ਨਾਨਕ ਨਾਮ ਅਰਾਧਨਾ, ਨਾਨਕ ਨਾਮ ਅਰਾਧਨਾ, ਕਾਰਜ ਆਵੈ ਰਾਸ, ਕਾਰਜ ਆਵੈ ਰਾਸ, ਕਾਰਜ ਆਵੈ ਰਾਸ, ਕਾਰਜ ਆਵੈ ਰਾਸ, ਗੁਰਪੂਰਾ ਜਿਨ ਸਿਮਰਿਆ, ਗੁਰਪੂਰਾ ਜਿਨ ਸਿਮਰਿਆ, ਗੁਰਪੂਰਾ ਜਿਨ ਸਿਮਰਿਆ, ਗੁਰਪੂਰਾ ਜਿਨ ਸਿਮਰਿਆ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਨੇ।
ਬੜੇ ਖੁਸ਼ ਹੋ ਰਹੇ ਮਹਾਰਾਜ ਅੱਜ ਵੀ ਸਾਨੂੰ ਦੇਖ ਰਹੇ ਨੇ, ਕਿਉਂਕਿ ਕਿਸੇ ਇਨਸਾਨ ਦਾ ਕੋਈ ਨਾਂ ਲਵੇ ਤੇ ਉਹ ਖੁਸ਼ ਹੋ ਜਾਂਦਾ ਕਿ ਮੇਰਾ ਸਪੀਕਰ ਦੇ ਵਿੱਚ ਨਾਂ ਲਿਆ। ਤਾਂ ਖੁਦਾ ਦਾ ਨਾਂ ਜਦੋਂ ਗੁਰੂ ਨਾਨਕ ਦਾ ਸੰਗਤ ਜਪਦੀ, ਮਹਾਰਾਜ ਕਿੰਨੇ ਖੁਸ਼ ਹੁੰਦੇ। ਤੇ ਭਾਈ ਮਰਦਾਨਾ ਜੀ ਕਹਿੰਦੇ ਮੈਂ ਨਾਲ ਰਿਹਾ 52 ਸਾਲ। ਜਦੋਂ ਮੇਰਾ ਬਾਬਾ ਨਾਨਕ ਖੁਸ਼ ਹੁੰਦਾ ਨਾ, ਲੋਕੀ ਖੁਸ਼ ਹੋਣ ਤੇ ਮਾਇਆ ਦਿੰਦੇ, ਕੱਪੜੇ ਦਿੰਦੇ, ਮਿੱਠਾ ਦਿੰਦੇ ਐ। ਕਹਿੰਦੇ ਜਦੋਂ ਮੇਰਾ ਗੁਰੂ ਨਾਨਕ ਖੁਸ਼ ਹੁੰਦਾ ਨਾ, ਸਾਰੀ ਲੁਕਾਈ ਦੇ ਕੀਤੇ ਮਾੜੇ ਕਰਮ ਹੀ ਬਖਸ਼ ਦਿੰਦਾ। ਸਾਰੇ ਮਾੜੇ ਪਾਪ ਹੀ ਸਤਿਗੁਰੂ ਬਖਸ਼ ਦਿੰਦੇ ਤੇ ਝੋਲੀਆਂ ਭਰਦੇ। ਗੁਰੂ ਨਾਨਕ ਜਦੋਂ ਹੱਸਦੇ ਨੇ, ਉਦੋਂ ਸਾਰੀ ਲੁਕਾਈ ਠੰਡੀ ਹੋ ਜਾਂਦੀ ਹੈ ਜੀ ਨਹੀਂ ਕਰਦਾ ਹਟਣ ਨੂੰ, ਹੈ ਨਾ। ਸੋ ਮਹਾਰਾਜ ਸੱਚੇ ਪਾਤਸ਼ਾਹ ਦਾ ਬਹੁਤ ਵੱਡੀ ਬਖਸ਼ਿਸ਼ ਦਾ ਖਜ਼ਾਨਾ ਹੈ। ਕੱਲ੍ਹ ਦੇ ਦੀਵਾਨ ਵਿੱਚ ਹੁਣ ਮਹਾਰਾਜ ਦੇ ਦਰਸ਼ਨ ਕਰਨੇ। ਅੱਜ ਪ੍ਰਕਾਸ਼ ਹੋਇਆ, ਹੁਣ ਕਿਹੜਾ ਕਿਹੜਾ ਮਹਾਰਾਜ ਦੇ ਕੋਲ ਆਉਂਦਾ ਹੈ, ਕੀ ਲਿਜਾਂਦਾ ਹੈ, ਉਹ ਮਹਾਰਾਜ ਆਪ ਸਿਰ 'ਤੇ ਹੱਥ ਰੱਖਣ। ਤੁਹਾਡੀਆਂ ਸੰਗਤਾਂ ਦੀਆਂ ਸੀਸਾਂ ਸਦਕਾ ਮਹਾਰਾਜ ਮਾੜੇ ਕਰਮਾਂ ਤੋਂ ਬਚਾਉਣ, ਪਰਦੇ ਢੱਕਣ, ਆਪਣੇ ਚਰਨਾਂ ਦਾ ਪਿਆਰ, ਗੁਰਸਿੱਖੀ, ਨਿਤਨੇਮ, ਪੈ ਭਾਵਣੀ ਵਾਲਾ ਜੀਵਨ ਬਖਸ਼ਣ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ